वाहिगुरू जी का खालसा वाहिगुरू जी की फतेह। अज का साडा जिहड़ा विशा है वो निहंग अजीत सिंह पूला जो कि एक ਜ਼ਾਲਮ रूह सी जिसने बहुत सारे लोगों का कतल किया। उस दे नाल नाल बहुत सारिया ਧੀਆਂ ਦੀ ਬੇਪਤੀ ਜਿਹੜੀ ਆ ਉਹ ਵੀ ਕੀਤੀ। ਸੋ ਅੱਜ ਦੀ ਸਾਡੀ ਗੱਲਬਾਤ ਜਿਹੜੀ ਆ ਉਸੇ ਦੇ ਉੱਤੇ ਜਾਂ ਕੁਦਰਤ ਦੀ ਚੱਕੀ ਦੇ ਪੁੜਾਂ ਨੇ ਉਹ ਸਮਾਂ ਲਿਆਂਦਾ ਤੇ 29 ਅਗਸਤ ਵਾਲੇ ਦਿਨ ਉਸ ਨੂੰ ਦੋ ਸਿੰਘਾਂ ਦੇ ਵੱਲੋਂ ਸੋਧਾ ਲਾਇਆ ਗਿਆ, ਹਰਚੰਦ ਸਿੰਘ ਅਤੇ ਨਵਤੇਜ ਸਿੰਘ ਗੱਗੂ ਦੇ ਵੱਲੋਂ। ਸੋ ਸਮੁੱਚੀ ਗੱਲਬਾਤ ਜਿਹੜੀ ਆ ਅੱਜ ਦੀ ਉਸੇ ਦੇ ਉੱਤੇ ਰਹੇਗੀ। ਸੋ 29 ਅਗਸਤ ਨੂੰ ਹੀ ਉਸਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਮਾਰਿਆ ਸੀ ਤੇ ਉਸ ਦਾ ਅੰਤ ਵੀ ਉਸੇ ਦਿਨ ਹੀ ਹੋਇਆ। ਸਿੱਖ ਚੈਨਲ ਦੇਖ ਰਹੀ ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਸਿੰਘ ਸੂਰਮੇ ਲੈ ਕੇ ਮੈਂ ਹਾਜ਼ਰ ਹਾਂ। ਪ੍ਰੋਗਰਾਮ ਸਿੰਘ ਸੂਰਮੇ ਦੇ ਤਹਿਤ ਅਸੀਂ ਪਹੁੰਚੇ ਹਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਾਲਵਾਂ ਦੇ ਵਿੱਚ। ਤੇ ਅੱਜ ਇੱਥੇ ਪਹੁੰਚਣ ਦਾ ਮਕਸਦ ਇਹ ਆ ਕਿ ਅੱਜ ਤੋਂ ਕਈ ਵਰ੍ਹੇ ਪਹਿਲਾਂ ਅਜੀਤ ਸਿੰਘ ਪੂਲਾ ਨਾਮ ਦਾ ਇੱਕ ਨਿਹੰਗ ਸੀਗਾ ਜਿਹੜਾ ਆਪੋ ਹੀ ਤਰਨਾ ਦਲ ਦਾ ਮੁਖੀ ਬਣਿਆ ਸੀਗਾ ਤੇ ਉਸ ਨੇ ਕਈ ਪਰਿਵਾਰਾਂ ਦਾ ਨੁਕਸਾਨ ਕੀਤਾ, ਕਈ ਲੜਕੀਆਂ ਦੇ ਨਾਲ ਉਸਨੇ ਰੇਪ ਕੀਤਾ ਤੇ 1991 ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਉਸਨੇ घर दे विच बंद करके अग लगा दी ते 7 जी जिहड़े आ उसने मार दिते। इस तरह दियां होर बहुत सारियां घटनावां जिहड़ियां पंजाब दे विच अलग अलग जगह दे उत्ते घटियां। अजीत पूला जिहड़ा आ उस दे विच शामिल सीगा, उस द्वारा इन्हां घटनावां नूं अंजाम दिता गया सीगा। ते फिर उस अजीत पूले दा अंत जिहड़ा आ वो अमृतसर दी केंद्री जेल दे विच होया दसंबर के महीने 2008 नूं। सो उस चीज़ नूं अंजाम देण वाले पूला नूं जिहड़ा आ वो मारन वाले कह लिया जावे तां उस दे विच जिहड़े नौजवान शामिल सीगे, क्योंकि जदों भी कदी कौम दे उत्ते भीड़ बनी आ जां किसी ने कौम का नुकसान किया मत्था लाया आ तां उस नूं जिहड़ा आ सोधा लाउण वाले सिंह सूरमे जिहड़े आ वो भी हमेशा ही आउंदे रहे आ ते उस चीज़ का जिहड़ा आ नुकसान है उसकी भरपाई भी करते रहे आ। सो इस तरह का ही जो कहर कमाया सीगा अजीत पूले ने उस नूं सोधा लाउण वाले जिहड़े सूरमे सीगे उन्हां दे विचों भाई हरचंद सिंह ਜਿਹੜੇ ਸੀਗੇ ਉਹ ਕੱਲ੍ਹ ਹੀ ਬਠਿੰਡਾ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਵਾਪਸ ਆਪਣੇ ਪਿੰਡ ਪਹੁੰਚੇ ਨੇ। ਉਹਨਾਂ ਦਾ ਪਿੰਡ ਤਾਂ ਵੈਸੇ ਮਾੜੀ ਕੰਬੋਕੇ ਆ, ਪਰ ਉੱਥੋਂ ਜਿਹੜਾ ਆ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪਤਨੀ ਜਿਹੜੀ ਆ ਉਹ ਉੱਥੋਂ ਇਸ ਪਿੰਡ ਕਾਲਵਾਂ ਜਿਹੜਾ ਆ ਕੇ ਰਹਿਣ ਲੱਗ ਗਏ ਤੇ ਇੱਥੇ ਹੀ ਉਹਨਾਂ ਨੇ ਹੁਣ ਆਪਣਾ ਜਿਹੜਾ ਮਕਾਨ ਆ ਉਹ ਬਣਾਇਆ। ਸੋ ਜੇਲ੍ਹ ਦੇ ਵਿੱਚ ਹਰਚੰਦ ਸਿੰਘ भाई हरचंद सिंह जिहड़े आ उन्हां द्वारा ते इन्हां दे कोई साथी जिहड़े उन्हां द्वारा उस पूले नूं सोधा लाया गया, उसनूं उत्थे साड़िया गया ते उसका अंत होया ते उसके पापां दा जिहड़ा अंत होया। सो एक बड़ी लंबी कहानी है कि पूले ने जो कुछ कीता है। सो असीं अज भाई हरचंद सिंह होरां दे घर पहुंचे आ। इत्थे बड़ा खुशी का माहौल है क्योंकि वो लगभग 11-12 साल के बाद ਜਿਹੜੇ ਆ ਉਹ ਵਾਪਸ ਪਰਤੇ ਆ, ਕਿਉਂਕਿ ਉਹ ਪਹਿਲਾਂ ਜੇਲ੍ਹ ਦੇ ਵਿੱਚ ਕਿਸੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸੀਗੇ ਤੇ ਉੱਥੇ ਹੀ ਉਹਨਾਂ ਨੇ ਪੂਲਾ ਜਿਹੜਾ ਆ ਉਸ ਨੂੰ ਜਿਹੜਾ ਆ ਸੋਧਾ ਲਾਉਣ ਦਾ ਕੰਮ ਜਿਹੜਾ ਆ ਉਹ ਜੇਲ੍ਹ ਦੇ ਅੰਦਰ ਹੀ ਕੀਤਾ। ਫਿਰ ਉਹ ਕੇਸ ਜਿਹੜਾ ਉਹਨਾਂ ਦੇ ਉੱਤੇ ਚੱਲਿਆ। ਸੋ ਹੁਣ ਉਹ ਕੱਲ੍ਹ ਹੀ ਰਿਹਾ ਹੋ ਕੇ ਆਏ ਆ। ਪਰਿਵਾਰਕ ਮੈਂਬਰ ਜਿਹੜੇ ਆ ਉਹ ਬੜੇ ਖੁਸ਼ ਨੇ ਤੇ ਵੱਖ-ਵੱਖ ਜਗ੍ਹਾ ਤੋਂ ਜਿਹੜੇ ਸਿੱਖ ਸੰਗਤਾਂ ਨੇ ਉਹ ਵੀ ਉਹਨਾਂ ਦੇ ਘਰ ਜਿਹੜੀ ਮੁਬਾਰਕਬਾਦ ਦੇਣ ਵਾਸਤੇ ਉਹਨਾਂ ਨੂੰ ਪਹੁੰਚ ਰਹੀਆਂ ਨੇ ਤੇ ਹੋਰ ਵੀ ਕਈ ਜਗ੍ਹਾ ਤੋਂ ਉਹਨਾਂ ਨੂੰ ਸਨਮਾਨ ਜਿਹੜੇ ਆ ਉਹ ਮਿਲ ਰਿਹਾ। ਸੋ ਸਿੱਖ ਚੈਨਲ ਦੀ ਟੀਮ ਵੀ ਅੱਜ ਇੱਥੇ ਪਹੁੰਚੀ ਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕਿੰਨਾ ਚਿਰ ਪਰਿਵਾਰ ਤੋਂ ਦੂਰ ਰਹੇ ਤੇ ਪਰਿਵਾਰ ਕਿਵੇਂ ਫਿਰ ਉਸ ਚੀਜ਼ ਦੇ ਨਾਲ ਜਿਹੜਾ ਆ ਉਹ ਸਫ਼ਰ ਕੀਤਾ ਪਰਿਵਾਰ ਨੇ, ਜਾਂ ਗੁਜ਼ਾਰਾ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਚੱਲਦਾ ਰਿਹਾ। ਸੋ ਸਾਰੀ ਜਿਹੜੀ ਗੱਲਬਾਤ ਆ ਉਹ ਅਸੀਂ ਭਾਈ ਹਰਚੰਦ ਸਿੰਘ ਹੋਰਾਂ ਦੇ ਨਾਲ ਕਰਾਂਗੇ। ਉਹਨਾਂ ਦੀ ਕੱਲ੍ਹ ਰਿਹਾਈ ਹੋਈ ਆ। ਇਸ ਰਿਹਾਈ ਦੇ ਉੱਤੇ ਅਸੀਂ ਵੀ ਸਿੱਖ ਚੈਨਲ ਵੱਲੋਂ ਵੀ ਉਹਨਾਂ ਨੂੰ ਮੁਬਾਰਕਬਾਦ ਜਿਹੜੀ ਆ ਉਹ ਦਿੰਦੇ ਆ। ਸੋ ਇਹ ਕੌਮੀ ਕਾਰਜ ਸੀਗਾ ਜਿਹੜਾ ਉਹਨਾਂ ਨੇ ਕੀਤਾ। ਸੋ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਉਤਸ਼ਾਹ ਜਿਹੜਾ ਆ ਉਹ ਵਧਾਈਏ ਤਾਂ ਉਹਨਾਂ ਨੇ ਇਹ ਕੰਮ ਜਿਹੜਾ ਆ ਉਹ ਕੌਮ ਵਾਸਤੇ ਕੀਤਾ ਕਿ ਉਸਨੇ ਕੌਮ ਦਾ ਪੂਲੇ ਨਿਹੰਗ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕੀਤਾ ਸੀਗਾ। ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਇੱਥੇ ਅਸੀਂ ਪਹੁੰਚੇ। ਸੋ ਆਓ ਚੱਲਦੇ ਹਾਂ ਭਾਈ ਹਰਚੰਦ ਸਿੰਘ ਹੋਰਾਂ ਦੇ ਘਰ ਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਤੁਹਾਡੀ ਵੀ ਗੱਲਬਾਤ ਕਰਾਉਂਦੇ ਹਾਂ ਭਾਈ ਹਰਚੰਦ ਸਿੰਘ ਹੋਰਾਂ ਨਾਲ।
ਸੋ ਭਾਈ ਹਰਚੰਦ ਸਿੰਘ ਹੋਰਾਂ ਦੇ ਘਰ ਆਉਣ ਦੇ ਉੱਤੇ ਰਿਹਾਈ ਤੋਂ ਬਾਅਦ ਦੇ ਵਿੱਚ ਬੜੀ ਖੁਸ਼ੀ ਮਨਾਈ ਗਈ ਹੈ। ਇਲਾਕੇ ਵੱਲੋਂ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਤੁਸੀਂ ਦੇਖ ਸਕਦੇ ਜੇ ਕਿ ਘਰ ਜਿਹੜਾ ਆ ਉਸ ਨੂੰ ਕਿਵੇਂ ਸਜਾਇਆ ਗਿਆ ਆ, ਜਿਵੇਂ ਕਿ ਇੱਕ ਵਿਆਹ ਵਾਲਾ ਜਿਹੜਾ ਘਰ ਹੁੰਦਾ ਆ ਉਸ ਤਰ੍ਹਾਂ ਦੇ ਨਾਲ ਘਰ ਨੂੰ ਸਜਾਇਆ ਗਿਆ, ਗੇਟ ਬਣਾਇਆ ਗਿਆ, ਲੜੀਆਂ ਜਿਹੜੀਆਂ ਆ ਉਹ ਲਾਈਟਾਂ ਜਿਹੜੀਆਂ ਆ ਉਹ ਲਗਾਈਆਂ ਗਈਆਂ ਨੇ ਤੇ ਪ੍ਰਸ਼ਾਦਾ ਪਾਣੀ ਜਿਹੜਾ ਆ ਉਹ ਵੀ ਤਿਆਰ ਕੀਤਾ ਗਿਆ ਆਇਆ ਗਿਆ ਵਾਸਤੇ। ਸੋ ਸਮੁੱਚਾ ਜਿਹੜਾ ਹੈਗਾ ਆ ਉਹ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ। ਸੋ ਭਾਈ ਸਾਹਿਬ ਵੀ ਇਸ ਤਰ੍ਹਾਂ ਉਹਨਾਂ ਨੂੰ ਮਿਲਣ ਵਾਲੇ ਜਿਹੜੇ ਆ ਰਹੇ ਆ ਉਹਨਾਂ ਨੂੰ ਮਿਲ ਰਹੇ ਆ ਤੇ ਮੁਬਾਰਕਬਾਦ ਜਿਹੜੀ ਆ ਉਹਨਾਂ ਨੂੰ ਮਿਲ ਰਹੀ ਉਹਨਾਂ ਦੀ ਰਿਹਾਈ ਦੀ। ਸੋ ਅਸੀਂ ਵੀ ਇਸੇ ਕਰਕੇ ਪਹੁੰਚੇ ਹਾਂ। ਸੋ ਭਾਈ ਸਾਹਿਬ ਦੇ ਨਾਲ ਅਸੀਂ ਅਗਲੀ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਸੋ ਮੇਰੇ ਨਾਲ ਨੇ ਇਸ ਵੇਲੇ ਭਾਈ ਹਰਚੰਦ ਸਿੰਘ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਕਿ ਅਜੀਤ ਪੂਲੇ ਦੇ ਕੇਸ ਦੇ ਵਿੱਚੋਂ ਹੁਣ ਰਿਹਾ ਹੋ ਕੇ ਆਪਣੇ ਘਰ ਪਹੁੰਚੇ ਨੇ। ਅਜੀਤ ਪੂਲੇ ਨੇ ਬਹੁਤ ਦਹਿਸ਼ਤ ਮਚਾਈ ਸੀਗੀ, ਉਸ ਦੀ ਦਹਿਸ਼ਤ ਨੂੰ ਠੱਲ ਜਿਹੜੀ ਆ ਉਹ ਇਹਨਾਂ ਦੁਆਰਾ ਪਾਈ ਗਈ ਸੀ। ਸੋ ਆਓ ਸਭ ਤੋਂ ਪਹਿਲਾਂ ਵੀਰ ਹੋਰਾਂ ਦੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਫਿਰ ਗੱਲਬਾਤ ਸ਼ੁਰੂ ਕਰਾਂਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਨੂੰ ਸਭ ਤੋਂ ਪਹਿਲਾਂ ਤੇ ਮੁਬਾਰਕ, ਤੁਸੀਂ ਰਿਹਾ ਹੋ ਕੇ ਜਿਹੜੇ ਆ ਉਹ ਪਹੁੰਚੇ ਹੋ। ਹਾਂਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਮਹਾਰਾਜ ਨੇ ਚੜ੍ਹਦੀ ਕਲਾ ਕਿਰਪਾ ਕੀਤੀ ਜੀ। ਤੇ ਚਲੋ ਸਮਾਂ ਤੇ ਬਹੁਤ ਜ਼ਿਆਦਾ ਕੱਟ ਲਿਆ, ਮੈਂ 12 ਸਾਲ ਨਿੱਗਰ ਹੋ ਗਏ ਸੀ ਤੇ ਸੱਚੇ ਪਾਤਸ਼ਾਹ ਇੰਨੀ ਕਿਰਪਾ ਕੀਤੀ ਵੀ ਇੱਕ ਤੇ ਨਵਾਂ ਸਾਲ 2019 ਤੇ ਇੱਕ ਵੇਖ ਲਓ ਆ ਖੁਸ਼ੀਆਂ ਬਣੂ ਹੈ, ਬੜੀ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੀ। ਬਿਲਕੁਲ ਵੀਰ ਜੀ, ਤੁਸੀਂ ਜਦੋਂ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸੀਗੇ, ਉਹ ਕੋਈ ਪਹਿਲਾਂ ਵੀ ਕੇਸ ਸੀਗਾ ਜਿਹਦੇ ਕਰਕੇ ਤੁਸੀਂ ਅੰਦਰ ਗਏ? ਕਿਹੜਾ ਕੇਸ ਸੀਗਾ ਜਿਹੜਾ ਪਹਿਲਾਂ? ਮੈਂ ਜੀ 2007 ਚ ਅੰਦਰ ਗਿਆ ਹਾਂ ਆਪਣੇ ਨਿੱਜੀ ਕੇਸ ਚ 302 ਦੇ ਵਿੱਚ। ਮੈਂ 2007 ਚ ਮੈਨੂੰ ਸਾਲ ਹੋ ਗਿਆ ਸੀ ਉਹ ਜੇਲ੍ਹ ਦੇ ਵਿੱਚ। 2008 ਦੇ ਵਿੱਚ ਫਿਰ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਫਿਰ ਇਹ ਪੂਲੇ ਵਾਲੇ ਕੇਸ ਦੀ ਤੇ ਜੋ ਵੀ ਆ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਅਸੀਂ ਵੀ ਜਾਣੀ ਕਿ ਸਲਾਹ ਕੀਤੀ ਦੋ ਭਰਾਵਾਂ ਨੇ, ਨਵਤੇਜ ਸਿੰਘ ਗੱਗੂ ਤੇ ਆਪ ਜੀ ਤੁਸੀਂ ਤਾਂ ਜਾਣਦੇ ਜੋ ਮੈਨੂੰ, ਹਰਚੰਦ ਸਿੰਘ। ਹਾਂਜੀ, ਤੇ ਸੱਚੇ ਪਾਤਸ਼ਾਹ ਦੇ ਬਾਰੇ 'ਚ ਤੁਹਾਨੂੰ ਪਹਿਲਾਂ ਪਤਾ ਸੀਗਾ ਕਿ ਬੰਦਾ ਕਿੱਦਾਂ ਦਾ ਤੇ ਇਸ ਜੇਲ੍ਹ 'ਚ ਆਇਆ ਤੇ ਕਿਹੜੀ ਕੋਠੜੀ 'ਚ ਰਹਿੰਦਾ ਤੇ ਕਿੱਥੇ ਰਹਿੰਦਾ ਤੇ ਕੀ ਇਹ ਕਰਦਾ, ਜਾਂ ਕਿਸੇ ਨੇ ਗਾਈਡ ਕੀਤਾ ਤੁਹਾਨੂੰ ਦੱਸਿਆ ਸੀਗਾ ਕਿ ਇਹ ਆਹ ਬੰਦਾ ਵਾ ਜਿਹੜਾ ਇੱਥੇ ਤੁਹਾਡੇ ਨਾਲ ਜੇਲ੍ਹ ਦੇ ਵਿੱਚ ਹੈਗਾ? ਨਹੀਂ ਜੀ, ਕਿਸੇ ਨੇ ਨਹੀਂ ਦੱਸਿਆ ਵੀ। ਸਾਨੂੰ ਖੁਦ ਛੋਟੇ ਅਸੀਂ ਹੁੰਨੇ ਹਾਂ ਤੇ ਸਾਨੂੰ ਪੂਲਾ ਪਿੰਡ ਲਾਗੇ ਸਾਡੇ, ਇਹ ਭਾਈ ਤਾਰੂ ਸਿੰਘ ਪੂਲੇ ਪਿੰਡ ਦਾ, ਉਹਨਾਂ ਦਾ ਗੁਰਦੁਆਰਾ ਮੱਲੀ ਫਿਰਦਾ ਸੀ ਤੇ ਪੂਲੇ ਪਿੰਡ ਤੋਂ ਹੀ ਇਹਨਾਂ ਦਾ ਪਤਾ ਸੀ। ਇੱਕ ਨਾਲ ਇਹਦੇ ਸਾਡੇ ਲਾਗੇ ਹੀ ਅਮਰਕੋਟ ਬੀਬੀ ਅਮਰੀਕੋ ਆ ਨਾਲ, ਉਹਦੇ ਇਹਦੇ ਹੁੰਦੀ ਸੀ ਤੇ ਇਹਦੇ ਬਾਬੇ ਬਕਾਲੇ ਤੋਂ ਅਸੀਂ ਕੋਈ 8-8 10-10 ਸਾਲ ਦੇ ਹੋਣੇ ਇਹਦੇ ਸੁਣਦੇ ਹੀ ਆਉਣ ਡਏ ਹਾਂ ਤੇ ਸਾਨੂੰ ਕਿਸੇ ਨੇ ਨਾ ਤੇ ਇਹ ਕਿਹਾ ਵੀ ਇਹਨੂੰ ਕੁਝ ਕਹੋ ਚਾਹੇ ਮਾਰੋ, ਹੈ ਨਾ। ਤੇ ਬਾਕੀ ਜੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਆਪ ਹੀ ਜਾ ਕੇ ਤੇ ਇਹ ਜੋ ਵੀ ਆ। ਇਹਦੇ ਨਾਲ ਤੁਹਾਡੀ ਪਹਿਲਾਂ ਵੀ ਕਦੀ ਉੱਥੇ ਗੱਲ ਵੀ ਹੋਈ ਸੀ ਜਾਂ ਕਦੀ ਆਮੋ ਸਾਹਮਣੇ ਮੇਲ ਹੋਇਆ ਹੋਵੇ ਇਹਨੂੰ ਸੋਧਾ ਲਾਉਣ ਤੋਂ ਪਹਿਲਾਂ, ਕਿ ਕਿਤੇ ਤੁਹਾਡੀ ਉਹਦੇ ਨਾਲ ਗੱਲ ਹੋਈ ਹੋਵੇ, ਉਹਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਹੋਵੇ ਜਾਂ ਤੁਸੀਂ ਉਹਦੇ ਕੋਲ ਕੁਝ ਪੁੱਛਿਆ ਹੋਵੇ? ਨਹੀਂ, ਅਸੀਂ ਕੁਝ ਨਹੀਂ ਪੁੱਛਿਆ ਜੀ। ਵੈਸੇ ਜੇਲ੍ਹ ਦੇ ਵਿੱਚ ਤੁਹਾਨੂੰ ਪਤਾ ਅਸੀਂ ਹੈਗੇ ਹਾਂ C1, ਇਹ C2 ਹੀ, ਇਹ ਜਾਣੀ ਕਿ ਸੈਂਟਰ ਤੇ ਇਹ ਹੀ ਸਿਕਿਉਰਿਟੀ ਤੇ ਆਮੋ ਸਾਹਮਣੇ ਟਕਰਾਅ ਹੁੰਦੇ ਸੀ। ਅਸੀਂ ਜੋ ਇਹ ਧਾਰ ਹੀ ਲਿਆ ਵੀ ਇਹ ਜੋ ਵੀ ਆ ਵੀ ਇਹਦਾ ਖਾਤਮਾ ਹੀ ਕਰ ਦੇਣਾ ਤੇ ਅਸੀਂ ਇਹਦੇ ਨਾਲ ਕੋਈ ਇਹੋ ਜਿਹੀ ਗੱਲਬਾਤ ਕੱਚੀ ਛੇੜ ਨਹੀਂ ਛੇੜੀ ਵੀ ਤੇ ਨਾ ਕੱਚੀ ਗੱਲ ਇਹਦੇ ਨਾਲ ਕੋਈ ਕੀਤੀ ਆ ਤੇ ਸਤਿਗੁਰੂ ਮਾਲਕ ਨੇ ਬੜੀ ਕਿਰਪਾ ਕੀਤੀ। ਵਿਉਂਤ ਜਿਹੜੀ ਬਣਾਈ ਉਹ ਫਿਰ ਕਿੰਨਾ ਚਿਰ ਤੁਸੀਂ ਵਿਉਂਤ ਬਣਾਉਂਦੇ ਰਹੇ? ਕਿਉਂਕਿ ਇੱਕ ਅਜਿਹਾ ਮਾਮਲਾ ਸੀਗਾ ਕਿ ਪਹਿਲੀ ਵਾਰੀ ਦੇ ਵਿੱਚ ਹੀ ਜੇਕਰ ਇਸ ਨੂੰ ਸੋਧਾ ਲਾਉਣਾ ਤਾਂ ਪਹਿਲੀ ਵਾਰੀ 'ਚ ਹੀ ਲਾਇਆ ਜਾ ਸਕਦਾ। ਜੇਕਰ ਇੱਕ ਵਾਰੀ ਜਿਹੜਾ ਉਹ ਮਿਸ ਹੋ ਜਾਂਦਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਸ਼ਾਇਦ ਉਹ ਤੋਂ ਦੂਰ ਕਰ ਦਿੱਤਾ ਜਾਂਦਾ ਜਾਂ ਵੱਖ ਕਰ ਦਿੱਤਾ ਜਾਂਦਾ। ਇਹ ਜੀ ਇਹਨੂੰ ਸੋਧਾ ਲਾਉਣ ਲਈ 3 ਮਹੀਨੇ ਲੱਗ ਗਏ ਜੀ। 3 ਮਹੀਨੇ ਲੱਗ ਗਏ ਆ। 3 ਮਹੀਨਿਆਂ ਦੇ ਵਿੱਚ ਪਹਿਲੋਂ ਤਾਂ ਅਸੀਂ 222 ਨੰਬਰ ਦਾਤਰ ਮੰਗਾਇਆ। ਦਾਤਰ ਮੰਗਾ ਕੇ ਤਾਂ ਉਹਦੇ ਵਿੱਚੋਂ 2-4 ਮੁੰਡੇ ਨਾ ਕਰ ਗਏ ਸੀ ਵੀ ਸਾਡਾ ਇਹ ਖਤਰਨਾਕ ਬੰਦਾ ਤੇ ਸਾਡਾ ਪਰਿਵਾਰ ਮਾਰ ਦੂ, ਉਹ ਕਰ ਦੂ, ਜੇ ਕਰ ਦੂਗਾ। ਤੇ ਸਤਿਗੁਰੂ ਮਾਲਕ ਨੇ ਕਿਰਪਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਡੀਜ਼ਲ ਜਨਰੇਟਰ ਖਲੋਤਾ ਸੀ ਅੰਦਰ, ਉਹਦੇ ਵਿੱਚੋਂ ਡੀਜ਼ਲ ਕੱਢਿਆ ਤੇ ਕੁਝ ਪੈਟਰੋਲ ਤੇਲ ਬਾਹਰੋਂ ਮੰਗਾ ਕੇ ਤੇ 3 ਮਹੀਨੇ ਲੱਗ ਗਏ ਇਸ ਕਾਰਨਾਮਾ ਕਰਨ ਨੂੰ। ਤੇ ਕੱਚੀ ਛੇੜ ਨਹੀਂ ਅਸੀਂ ਛੇੜੀ ਵੀ ਕੱਲ ਨੂੰ ਕੋਈ ਕੱਚਾ ਕੰਮ ਰਹਿ ਜੇ ਚਾਹੇ ਕੱਚੀ ਛੇੜ ਛੇੜੀ ਜਾਵੇ ਤੇ ਸਾਨੂੰ ਕਿਤੇ ਹੋਰ ਸ਼ਿਫਟ ਕਰ ਦੇਣਾ ਵੀ ਚਲਾਨ ਪਾ ਦੇਣਾ, ਜੇਲ੍ਹਾਂ ਵੱਖਰੀਆਂ 'ਚ ਭੇਜ ਦਿੰਦੇ ਆ। ਤੋ 3 ਮਹੀਨੇ ਤੇ ਲੱਗੇ, ਬੜੀ ਮਾਲਕ ਨੇ ਕਿਰਪਾ ਕੀਤੀ ਜੀ। ਸਮਾਨ ਜਿਹੜਾ ਤੁਸੀਂ ਦੱਸਿਆ ਜਿੱਦਾਂ ਇਕੱਠਾ ਕੀਤਾ, ਉਹ ਸਮਾਨ ਜਿਹੜਾ ਆ ਉਹ ਹੌਲੀ ਹੌਲੀ ਤੁਸੀਂ ਮੰਗਾ ਕੇ ਇਕੱਠਾ ਕੀਤਾ ਸਾਰਾ? ਇਹ ਜੀ ਅਸੀਂ ਸਮਾਨ ਹੌਲੀ ਹੌਲੀ ਇਕੱਠਾ ਮੰਗਾ ਕੀਤਾ। ਇਹ ਗੱਲ ਅਸਲੀ ਇਹ ਆ ਵੀ ਅੰਦਰੋਂ ਪਹਿਲਾਂ ਜਨਰੇਟਰ 'ਚੋਂ ਡੀਜ਼ਲ ਤੇਲ ਕੱਢਿਆ,
ਉਹ ਤੁਹਾਨੂੰ ਪਤਾ ਹੀ ਹੈ ਡੀਜ਼ਲ ਥੋੜੀ ਅੱਗ ਨਹੀਂ ਮੱਚਦੀ ਵੀ ਤੇ ਜਿਹੜਾ ਪੈਟਰੋਲ ਤੇਲ ਆ ਫਿਰ ਥੋੜਾ ਜਿਹਾ ਬਾਹਰੋਂ ਮੰਗਾ ਲਿਆ ਸਹਿਜੇ ਸਮਾਨ ਇਕੱਠਾ ਕੀਤਾ ਸੀ, ਤਾਂ ਹੀ 3 ਮਹੀਨੇ ਲੱਗੇ ਆ ਇਹ ਸਾਰਾ ਪ੍ਰਬੰਧ ਕਰਦੇ ਆ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਉੱਥੇ ਸਾਰਾ ਸਮਾਨ ਇਕੱਠਾ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੁਝ ਬੰਦੇ ਜਿਹੜੇ ਆ ਉਹ ਡਰ ਵੀ ਗਏ ਇਸ ਚੀਜ਼ ਨੂੰ ਲੈ ਕੇ, ਕਿ ਪਹਿਲਾਂ ਕਿੰਨੇ ਜਾਣੇ ਸੀ, ਬਾਅਦ 'ਚ ਫਿਰ ਕਿੰਨੇ ਰਹਿ ਗਏ ਅੰਤ ਦੇ? ਅਸੀਂ ਜੀ ਪਹਿਲਾਂ 6 ਜਣੇ ਹਾਂ ਤੇ ਫਿਰ ਅਸੀਂ 2 ਹੀ ਰਹਿ ਗਏ ਹਾਂ, ਨਵਤੇਜ ਸਿੰਘ ਗੱਗੂ ਤੇ ਆਪ ਜੀ ਤੁਸੀਂ ਜਾਣਦੇ ਜੋ ਹਰਚੰਦ ਸਿੰਘ, ਤੇ ਅਸੀਂ 2 ਹੀ ਰਹਿ ਗਏ ਹਾਂ। ਬਾਕੀ ਤਾਂ ਮੁੰਡੇ ਦੌੜ ਗਏ ਸੀ, ਇੱਥੋਂ ਡਰਦੇ ਬਹੁਤ ਜ਼ਿਆਦਾ ਸੀ। ਇਹ ਦੌੜੇ ਇਦਾਂ ਸੀ ਵੀ ਪਹਿਲੋਂ ਤੇ ਹਾਂ ਝਾਂ ਮਲਾਤੀ ਉਹਨਾਂ ਮੁੰਡਿਆਂ ਨੇ, ਤੇ ਜਦੋਂ ਅਸੀਂ 222 ਨੰਬਰ ਦਾਤਰ ਮੰਗਾ ਲਿਆ ਤੇ ਉਹ ਮੁੰਡੇ ਨਾ ਕਰ ਗਏ ਵੀ ਅਸੀਂ ਕੰਮ ਨਹੀਂ ਕਰ ਸਕਦੇ। ਪਹਿਲਾਂ ਸ਼ਾਇਦ ਇਹ ਲੱਗਦਾ ਹੋਣਾ ਕਿ ਸ਼ਾਇਦ ਵੈਸੇ ਗੱਲਾਂ ਹੀ ਕਰਦੇ ਆ। ਹਾਂ, ਉਹ ਕਹਿੰਦੇ ਵੀ ਸਾਨੂੰ ਸਾਲ ਹੋ ਗਏ ਅੰਦਰ, ਉਹਨਾਂ ਨੂੰ ਹੋ ਗਏ 3-3 ਮਹੀਨੇ ਅੰਦਰ। ਉਹਨਾਂ ਨੂੰ ਪੁੱਛਿਆ ਵੀ ਪਹਿਲੋਂ ਸਾਡੀ ਹਾਂ ਝਾਂ ਮਲਾਈ ਆ ਤੇ ਬਾਅਦ 'ਚ ਤੁਸੀਂ ਨਾ ਕਿਉਂ ਕੀਤੀ? ਉਹ ਕੀ ਹੋਇਆ ਵੀ ਕਹਿੰਦੇ ਅਸੀਂ ਤਾਂ ਇਹ ਆਨੇ ਆ ਵੀ ਸਾਡੀਆਂ ਮੁਲਾਕਾਤਾਂ ਆਉਂਦੀਆਂ ਸੂਈ ਨਹੀਂ ਲੰਘਦੀ ਤੇ ਇਹ ਕਿਦਾਂ 222 ਨੰਬਰ ਦਾਤਰ ਮੰਗਾ ਲੈਣਗੇ। ਤੇ ਉਸ ਤੋਂ ਬਾਅਦ ਆ ਫਿਰ ਜਿਉਂ ਦਾਤਰ ਮੰਗਾ ਕੇ ਰੱਖਤਾ ਅਸੀਂ ਤੇ ਉਹ ਨਾ ਕਰ ਗਏ ਮੁੰਡੇ। ਹਾਂ, ਉਹ ਆਂਦੇ ਵੀ ਅਸੀਂ ਇਹ ਖਤਰਨਾਕ ਬੰਦਾ, ਜੇ ਇਹਦੇ ਗੁੱਟ ਸਲਾਹ ਬਣੀ ਸੀ ਨਾ ਇਹ ਵੀ ਉਹਦੇ ਗੁੱਟ ਲਾ ਕੇ ਲਿਆਵਾਂਗੇ, ਤੇ ਉਹ ਗੁੱਟ ਲਾਉਣ ਤੋਂ ਨਾ ਕਰ ਗਏ ਤੇ ਆਂਦੇ ਵੀ ਅਸੀਂ ਲਾ ਨਹੀਂ ਸਕਦੇ ਵੀ ਜਿਉਂ ਦਾਤਰ ਆ ਗਿਆ ਅੰਦਰ। ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਨਾ ਕਰ ਗਏ ਵੀ ਸਾਡਾ ਪਰਿਵਾਰ ਮਾਰ ਦੂਗਾ ਤੇ ਉਹ ਹੋ ਜੂ ਜੇ ਹੋ ਜੂ, ਇਹ ਖਤਰਨਾਕ ਬੰਦਾ, ਇਹ ਕੱਲ ਨੂੰ ਬਾਹਰ ਜਾ ਕੇ ਸਾਨੂੰ ਛੱਡੇਗਾ ਨਹੀਂ, ਅੰਦਰੋਂ ਹੀ ਮਰਵਾ ਦੇਗਾ, ਸਾਡਾ ਪਰਿਵਾਰ ਖਤਮ ਕਰਾ ਦੇਗਾ। ਫਿਰ ਉਹ 222 ਨੰਬਰ ਅਸੀਂ ਦਾਤਰ ਪੈਕ ਕਰਕੇ ਉਹ ਸੁੱਟਤਾ ਵੀ ਅਸੀਂ ਕੰਮ ਕਰਨਾ ਹੀ ਨਹੀਂ। ਵੀ ਇਹ ਗੁਰੂ ਮਹਾਰਾਜ ਗਾੜੀ ਸਹੁੰ ਖਾਓ ਵੀ ਤੁਸੀਂ 7ਵੇਂ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਤੁਸੀਂ ਆਪਣੇ ਦਿਲ 'ਚ ਗੱਲ ਰੱਖਿਓ ਤੇ ਆਪਾਂ ਕਿਸੇ ਨੂੰ ਦੱਸਣਾ ਨਹੀਂ, ਇਹ ਨਾ ਹੋਵੇ ਆਪਾਂ ਕਿਸੇ ਨੂੰ ਦੱਸੀਏ ਆਪਣੇ ਚਲਾਨ ਪਾ ਦੇਣਾ। ਫਿਰ ਉਹ ਅਸੀਂ ਚੁੱਪ ਰਹੇ ਆ, ਉਹਨਾਂ ਨੂੰ ਮੁੰਡਿਆਂ ਨੂੰ ਨਾ ਕਰਦੀ ਆ। ਫਿਰ ਉਸ ਤੋਂ ਬਾਅਦ ਅਸੀਂ ਡੀਜ਼ਲ ਤੇਲ ਕੱਢਿਆ, ਮੈਂ ਆਪ ਕੱਢ ਕੇ ਲਿਆਇਆ ਜੀ ਡੀਜ਼ਲ ਤੇਲ। ਗੁਰਦੁਆਰਾ ਸਾਹਿਬ ਜਨਰੇਟਰ ਖਲੋਤਾ, ਉਹਦੇ ਵਿੱਚੋਂ ਮੈਂ ਤੇਲ ਕੱਢ ਕੇ ਲਿਆਇਆ। ਉੱਥੇ ਜਾਣ ਦੀ ਪਰਮਿਸ਼ਨ ਸੀਗੀ ਤੁਹਾਨੂੰ ਜਦੋਂ ਜਾਂਦੇ ਸੀ ਡੀਜ਼ਲ ਲੈ ਕੇ ਆਏ? ਉਹ ਵੀ ਫਿਰ ਛਪਾ ਕੇ ਲਿਆਂਦਾ ਹੋਣਾ? ਛਪਾ ਕੇ ਲਿਆਂਦਾ ਜੀ, ਉਹਦੇ ਵਿੱਚੋਂ ਗੁਰਦੁਆਰਾ ਸਾਹਿਬ ਜਨਰੇਟਰ ਖਲੋਤਾ ਸੀ, ਉਹਦੇ ਵਿੱਚੋਂ ਡੀਜ਼ਲ ਮੈਂ ਛਪਾ ਕੇ ਲਿਆਂਦਾ। ਤੇ ਕੋਈ ਪਰਮਿਸ਼ਨ ਨਹੀਂ ਹੈਗੀ ਵੀ ਉਹਦੇ ਸ਼ਰੇਆਮ ਲੈ ਆਈਏ, ਛਪਾ ਕੇ ਲਿਆਂਦਾ ਜੀ। ਉਸ ਤੋਂ ਬਾਅਦ ਫਿਰ ਡੀਜ਼ਲ ਅੱਗ ਲਾ ਕੇ ਵੇਖੀ ਡੀਜ਼ਲ ਭਾਰਾ ਹੁੰਦਾ ਤੇ ਇਹ ਜਿਹੜਾ ਪਾਪੀ ਪੂਲਾ ਨਿਹੰਗ ਆ ਤੇ ਇਹਨੂੰ ਜਿਹੜੀ ਅੱਗ ਲਾਉਣੀ ਸੀ ਤੇ ਇਦਾਂ ਅੱਗ ਲੱਗਣੀ ਵੀ ਅੱਗ ਦੇ ਝਮੱਕੇ ਨਾਲ ਬਲਾਸਟ ਹੋਵੇ। ਤੇ ਉਹ ਜਿਹੜਾ ਡੀਜ਼ਲ ਇਹ ਭਾਰਾ ਹੁੰਦਾ ਇਹਨੂੰ ਛੇਤੀ ਅੱਗ ਨਹੀਂ ਫੜਦਾ ਵੀ, ਤੇ ਆਪਣੀ ਜੋ ਪਾਉਂਦੇ ਅਸੀਂ ਡੀਜ਼ਲ ਤੇਲ ਇਹ ਬੁਝਾ ਵੀ ਸਕਦਾ ਸੀ। ਤੇ ਅਸੀਂ ਪੈਟਰੋਲ ਤੇਲ ਫਿਰ ਬਾਹਰੋਂ ਮੰਗਾਇਆ ਮੁਲਾਕਾਤਾਂ ਰਾਹੀਂ। ਅੱਛਾ ਜੀ। ਹਾਂਜੀ। ਤੇ ਫਿਰ ਜਦੋਂ ਤੁਸੀਂ ਬਾਹਰੋਂ ਪੈਟਰੋਲ ਮੰਗਾ ਲਿਆ, ਸਾਰੀ ਤਿਆਰੀ ਹੋ ਗਈ, ਫਿਰ ਉਹ ਟਾਈਮ ਕਿਹੜਾ ਸੀਗਾ ਜਦੋਂ ਤੁਸੀਂ ਫਿਰ ਇਸ ਵਾਰਦਾਤ ਨੂੰ, ਘਟਨਾ ਨੂੰ ਜਿਹੜੀ ਆ ਇਹ ਘਟੀ, ਜਦੋਂ ਉਹ ਆਇਆ ਤੁਹਾਡੇ ਸਾਹਮਣੇ ਤੇ ਤੁਸੀਂ ਉਸ ਦੇ ਉੱਤੇ ਅਟੈਕ ਕੀਤਾ, ਫਿਰ ਕਿਵੇਂ ਉਹ ਸਾਰਾ ਹੋਇਆ ਉੱਥੇ? ਇੱਕ ਜੀ ਹੋਰ ਮੈਂ ਗੱਲ ਦੱਸਣੀ ਚਾਹੁੰਦਾ, ਇਹ ਦਿਨ ਮੰਗਲਵਾਰ ਦਾ ਇੱਕ ਦਿਨ ਅਸੀਂ ਗਏ ਉਧਰ 8 ਵਜੇ ਅਸੀਂ ਚੱਲ ਗਏ ਹਾਂ ਤੇ ਇੱਕ ਪਰੇਡ ਉਧਰ ਨਾ 9 ਵਜੇ ਨਾ ਦੌਰਾ ਕਰੀਦਾ, ਪਰੇਡ ਜੋ ਵੱਡੇ ਅਫਸਰ ਆਉਂਦੇ ਆ, ਉਹ 9 ਹਫ਼ਤੇ ਦਾ ਦੌਰਾ ਸੀ। ਉਦੋਂ ਮੇਰੇ ਮੋਬਾਈਲ ਫੋਨ ਇੱਥੇ ਹਿੱਕਣਾ ਵੱਜਾ ਵੀ ਨਾਲ ਇਹਦੀ ਵੀਡੀਓ ਬਣਾਉਣੀ ਆ ਤੇ ਪੈਟਰੋਲ ਤੇਲ ਉੱਤੇ ਸੁੱਟ ਕੇ ਅੱਗ ਲਾ ਕੇ ਦੀ ਵੀਡੀਓ ਹਿੱਕਣਾ ਮੇਰੀ ਨਾਲ ਫੋਨ ਵੱਜਾ, ਕੈਮਰਾ ਔਨ ਕਰਕੇ, ਕਿਉਂ ਐ ਤੇ ਬਣਾ ਨਹੀਂ ਆ ਸਕਦੇ ਵੀਡੀਓ, ਕਿਉਂ ਫੋਨ ਫੜ ਲੈਂਦੇ ਅਫਸਰ ਸਾਡਾ, ਉਹ ਛਪਾ ਕੇ ਖੜਨਾ ਪੈਂਦਾ। ਤੇ ਮੈਂ ਸ਼ਰਟ ਦੇ ਬਟਨ ਐ ਬੰਦ ਕਰ ਲੈਣਾ ਹਾਂ ਤੇ ਜਦੋਂ ਇਹਦੀ ਵੀਡੀਓ ਬਣਾਉਣੀ ਖੋਲ ਲਈਦਾ ਤੇ ਉਹ 1.5 ਘੰਟੇ ਦੀ ਵੀਡੀਓ ਬਣਾ ਦਿੰਦਾ ਸੀ। ਸਾਨੂੰ ਉੱਥੇ ਨਾ ਲੰਬਰਦਾਰ ਨੇ ਕਿਹਾ ਵੀ ਤੁਸੀਂ ਮੁੰਡਿਓ ਇੱਥੇ ਕਿਵੇਂ, ਅੱਜ ਇੱਥੇ ਪਰੇਡ ਆਉਣੀ ਮੰਗਲਵਾਰ ਆ, ਤੁਸੀਂ ਇੱਥੇ ਰੁਕੋ ਨਾ, ਬਾਅਦ 'ਚ ਜਿਹਨੂੰ ਵੀ ਮਿਲਣਾ ਮਿਲ ਲਿਓ। ਉਸ ਤੋਂ ਬਾਅਦ ਅਸੀਂ ਵਾਪਸੀ ਮੁੜ ਆਏ ਆ। ਫਿਰ ਅਸੀਂ ਬੁੱਧਵਾਰ ਦਾ ਦਿਨ ਰੁਕੇ ਆ ਤੇ ਵੀਰਵਾਰ ਗਏ ਆ। ਵੀਰਵਾਰ ਅਸੀਂ ਪੌਣੇ 12 ਵਜੇ ਵੀ ਜਾਣੀ ਕਿ ਇਹਦੇ ਉੱਤੇ ਤੇਲ ਪਾ ਕੇ ਇਹਨੂੰ ਅੱਗ ਲਾਤੀ। ਵੀਰਵਾਰ ਦਾ ਦਿਨ ਹੀ, ਇਹ 2008ਵਾਂ ਮਹੀਨਾ 2008। ਹਾਂਜੀ, ਅਗਸਤ ਮਹੀਨਾ ਪਾਉਂਦਾ 2008 ਅਗਸਤ ਮਹੀਨਾ। ਹਾਂਜੀ, ਤੇ 8ਵੇਂ ਮਹੀਨੇ ਦੇ ਵਿੱਚ ਤੇ 2008 ਤੇ ਪਾਇਆ ਉੱਤੇ ਤੇਲ ਤੇ ਇਹ ਗਏ। ਕਿੱਧਰੋਂ ਆ ਰਿਹਾ ਸੀਗਾ ਜਦੋਂ ਤੁਸੀਂ ਇਹਨੂੰ ਅੱਗੋਂ ਮਿਲ ਕੇ ਤੇ ਇਹਦੇ ਉੱਤੇ ਤੇਲ ਪਾਇਆ? ਇਹ ਕਿਤਿਓਂ ਨਹੀਂ ਜੀ ਆ ਰਿਹਾ, ਇਹਦਾ ਗੜਵਈ ਬੈਠਾ ਸੀ ਉੱਥੇ, ਲੱਤਾਂ ਇਹਦੀਆਂ ਘੁੱਟਣ ਡਿਆ, ਇਹ ਕੁਰਸੀ ਤੇ ਬਹਿ ਕੇ ਆਪਦੀਆਂ ਲੱਤਾਂ ਘਟਾਉਣ ਡਿਆ, ਇਹ ਆਪਣੇ ਕਮਰੇ ਦੇ ਵਿੱਚ ਬੈਠਾ ਆ ਸੀ। ਉਹ 2 ਨੰਬਰ ਚੱਕੀ 9 ਹੱਥ ਆ, 2 ਨੰਬਰ ਚੱਕੀ ਦੇ ਵਿੱਚ ਆਪਦੀ ਕੁਰਸੀ ਤੇ ਬੈਠਾ ਹੁੰਦੀ ਸੀ ਤੁਹਾਨੂੰ ਜਾਣ ਦੀ, ਜਿਸ ਤਰ੍ਹਾਂ ਵੀ ਉਹਦਾ ਦਰਵਾਜ਼ਾ ਕੋਈ ਬੰਦ ਨਹੀਂ ਸੀ ਹੁੰਦਾ, ਜਾਂ ਕਿਸ ਤਰ੍ਹਾਂ ਤੁਸੀਂ ਫਿਰ ਉੱਥੇ ਗਏ? ਜੀ ਇਹ ਨਾ ਖੁੱਲ ਉੱਥੇ ਜੇਲ੍ਹ ਦੇ ਵਿੱਚ ਨਾ ਇੱਕ ਨਾ ਆਪਣਾ ਇਹ ਰੂਲ ਆ ਵੀ ਪਹਿਲੇ ਦਿਨ ਤੋਂ ਹੀ ਬਣਿਆ ਵੀ ਜਿਸ ਤਰ੍ਹਾਂ ਸਵੇਰ ਤੋਂ 6 ਵਜੇ ਬੰਦੀ ਖੁੱਲ ਜਾਣੀ ਆ, ਇੱਕ ਵਾਰੀ 12 ਵਜੇ ਬੰਦੀ ਹੋਣੀ ਆ, ਫਿਰ ਉਹ 12 ਵਜੇ ਤੋਂ 3 ਵਜੇ ਬੰਦੀ ਖੁੱਲ ਜਾਣੀ ਆ, ਤੋਂ ਸ਼ਾਮ ਨੂੰ ਜਾ ਕੇ ਬੰਦੀ ਹੋਣੀ ਆ 6 ਵਜੇ। ਤੇ ਇਹ ਬੰਦੀ ਖੁੱਲੀ ਹੁੰਦੀ ਸੀ
ਹਾਂਜੀ। ਜੇਲ੍ਹ ਦੇ ਵਿੱਚ ਕੀ ਕਰਦਾ ਸੀ ਉਹ? ਜੇਲ੍ਹ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਉਹਦਾ ਨੈਟਵਰਕ ਹੈਗਾ ਸੀਗਾ ਕਿ ਉਹ ਦੂਸਰੇ ਜਿਹੜੇ ਹੋਰ ਕੈਦੀ ਸੀ ਉਹਨਾਂ ਨੂੰ ਡਰਾਉਂਦਾ ਸੀ ਜਾਂ ਕੁਝ ਇਸ ਤਰ੍ਹਾਂ ਦਾ ਕਰਦਾ ਸੀਗਾ? ਨਹੀਂ, ਇਹਦਾ ਰੋਬ ਤਾਂ ਜਿਸ ਤਰ੍ਹਾਂ ਬਾਹਰ ਵੀ ਇਹਨੇ ਆਪਣੀ ਦਹਿਸ਼ਤ ਜੋ ਵੀ ਇਹ ਕਰਦਾ ਸੀ, ਬਾਹਰ ਵੀ ਦਹਿਸ਼ਤ ਪੂਰੀ ਸੀ ਤੇ ਅੰਦਰ ਵੀ ਜਿਸ ਤਰ੍ਹਾਂ ਅਫਸਰਾਂ ਨੂੰ, ਸੁਪਰਡੈਂਟ ਵਗੈਰਾ, ਡਿਪਟੀ ਸੁਪਰਡੈਂਟ ਵਗੈਰਾ ਤੇ ਜੇਲ੍ਹ ਦੇ ਕੈਦੀਆਂ ਨੂੰ ਵੀ ਇਹ ਜਾਣੀ ਕਿ ਬਹੁਤ ਜ਼ਿਆਦਾ ਵੀ ਗਲਤ ਸ਼ਬਦ ਹੀ ਕਹਿ ਜਾਂਦੇ ਆਪਾਂ, ਸ਼ਬਦ ਬੋਲਦਾ ਸੀ, ਹਾਂ ਗਲਤ ਹਾਂ। ਤੇ ਉਹਦੇ ਜੋ ਸਾਰੇ ਜੇਲ੍ਹ ਹੀ ਹੇਤੋਂ ਡਰਦੇ। ਬਾਹਰ ਦਾ ਤੁਹਾਨੂੰ ਪਤਾ ਸੀ ਬਾਹਰ ਕੀ ਕੁਝ ਕਰਕੇ ਆਇਆ ਹੈ? ਇਹਦੇ ਨਾਮ ਲੱਗਦਾ ਕਿ ਇਹਨੇ ਰੇਪ ਵੀ ਕੀਤੇ ਆ। ਬਲਵਿੰਦਰ ਸਿੰਘ ਜਟਾਣਾ ਦਾ ਪਰਿਵਾਰ ਜਿਹੜਾ ਹੈ ਉਸ ਨੂੰ ਸਾੜ ਦਿੱਤਾ ਸੀਗਾ। ਬਿਲਕੁਲ ਇਹ ਜੀ ਸਾਨੂੰ ਖੁਦ ਆਪ ਨੂੰ ਪਤਾ ਜੀ। ਇੱਕ ਨਾ ਜੋਗਾ ਖਾਨਪੁਰੀਆ, ਉਹਦੇ 7 ਜੀ ਮਾਰੇ ਸੀ ਇਹਨੇ, ਜੋਗੇ ਖਾਨਪੁਰੀਏ ਦੇ। ਹਾਂ, ਖਾਨਪੁਰੀਆ ਜੋਗਾ, ਉਹਦੇ 5 ਬੱਚੇ, 2 ਜੀ ਉਹ ਆਪ, 7 ਜੀ ਉਹਦੇ ਮਾਰੇ। ਤੇ ਉਹ ਕੋਈ ਸਾਲ ਦਾ ਬੱਚਾ, ਕੋਈ 2 ਸਾਲ ਦਾ। ਅਸਲੀ ਉਹਨਾਂ ਨੂੰ ਵੇਖ ਕੇ ਸਾਡੇ ਲੂਈ ਖੜੇ ਹੁੰਦੇ ਸੀ। ਉਹਨਾਂ ਦੀ ਕਿਤਾਬ ਇਹਦੇ ਖਿਲਾਫ ਪੂਲੇ ਦੇ ਲਿਖੀ ਹੋਈ ਸੀ। ਉਹ ਕਿਤਾਬ ਅਸੀਂ ਲੈ ਕੇ ਉੱਥੋਂ ਪੜ੍ਹ ਕੇ ਫਿਰ ਸਾਡੇ ਆਪਣਾ ਲੂਈ ਕੰਢੇ ਖੜੇ ਹੋ ਜਾਂਦੇ ਜੋ ਕਿਤਾਬ ਵੇਣੀ ਆ। ਬਲਵਿੰਦਰ ਸਿੰਘ ਜਟਾਣੀ ਦਾ ਇਹਨੇ ਪਰਿਵਾਰ ਮਾਰਿਆ, ਹੋਰ ਵੀ ਨੇਕਾਂ ਹੀ ਪਤਾ ਨਹੀਂ ਕਿੰਨੇ ਮਾੜੇ ਕੰਮ ਕੀਤੇ ਆ। ਜਿੰਨਾ ਹੀ ਇਹਦਾ ਮੈਂ ਨਾਮ ਲੈਣਾ, ਮੇਰੀ ਆਪਣੀ ਜੇਬ ਗੰਦੀ ਹੁੰਦੀ ਆ। ਬਾਕੀ ਕਾਰਨਾਮਿਆਂ ਦਾ ਤੇ ਤੁਹਾਨੂੰ ਵੀ ਵੀਰੋ ਪਤਾ ਹੀ ਆ ਜੋ ਇਹ ਕਰਦਾ ਰਿਹਾ ਜੀ। ਬਾਕੀ ਮੈਂ ਫਿਰ ਉਸੇ ਗੱਲ ਦੇ ਉੱਤੇ ਆਵਾਂ ਕਿ ਜਿਵੇਂ ਤੁਸੀਂ ਕਿਹਾ ਕਿ ਉਹ ਉੱਥੇ ਲੱਤਾਂ ਘੁਟਾ ਰਿਹਾ ਸੀਗਾ, ਉਸ ਤੋਂ ਪਹਿਲਾਂ ਉੱਥੇ ਜਿਹੜੇ ਪੁਲਿਸ ਵਾਲੇ ਆਉਂਦੇ ਸੀਗੇ ਜਾਂ ਜਿਹੜੇ ਚੈੱਕ ਕਰਨ ਵਾਸਤੇ ਆਉਂਦੇ ਸੀ ਕਿ ਸਾਰਾ ਕੁਝ ਠੀਕ ਆ, ਕਦੀ ਉਹਨਾਂ 'ਚੋਂ ਕਿਸੇ ਨੂੰ ਸ਼ੱਕ ਜਿਹੜਾ ਉਹ ਤਾਂ ਨਹੀਂ ਹੋਇਆ ਸੀਗਾ ਪਹਿਲੋਂ, ਜਾਂ ਕੋਈ ਕਿਸੇ ਵੇਲੇ ਸ਼ੱਕ ਹੋਵੇ ਕਿ ਹਾਂ ਇਹ ਇਸ ਘਟਨਾ ਨੂੰ ਅੰਜਾਮ ਦੇ ਸਕਦੇ ਆ? ਨਹੀਂ ਜੀ, ਇਹ ਘਟਨਾ ਦਾ ਪਤਾ ਤੇ ਤਾਂ ਹੀ ਲੱਗਦਾ ਜੇ ਕਿਸੇ ਦੇ ਕੰਨੀ ਆਵਾਜ਼ ਪੈਂਦੀ ਤਾਂ। ਇਹ ਕਿਸੇ ਨੂੰ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਵੀ ਅਸੀਂ ਉਦਣ ਗਏ ਆ ਵੀਰਵਾਰ ਦੇ ਦਿਨ, ਤੇ ਉਹਦਾ ਗੜਵਈ ਲੱਤਾਂ ਘੁੱਟਣ ਡਿਆ, ਤੇ ਲੱਤਾਂ ਘੁੱਟਦਾ ਉੱਠ ਕੇ ਤੇ ਹੌਦੀ ਤੇ ਆ ਗਿਆ ਬਾਲਟੀ ਫੜ ਕੇ। ਤੇ ਅਸੀਂ ਗਏ ਆ, ਉੱਥੇ ਨਾ ਇੱਕ ਚਰਚ ਬਣੀ ਆ, ਗਿਰਜਾ ਚਰਚ ਬਣੀ ਆ, ਤੇ ਉਹਦੇ ਸਾਈਡ ਤੇ ਗਏ ਆ ਅਸੀਂ। ਐਡਾ ਕਿ ਛੋਟਾ ਜਿਹਾ ਡੋਲੂ ਖੜਿਆ ਤੇ ਬੋਤਲਾਂ ਸਾਡੇ ਕੋਲ ਸ਼ੀਸ਼ੀਆਂ, ਬੋਤਲਾਂ ਛਪਾ ਕੇ ਤੇਲ ਖੜਨਾ, ਤੇ ਛਪਾ ਕੇ ਤੇਲ ਖੜਿਆ। ਉਹ ਡੋਲੂ 'ਚ ਤੇਲ ਪਲਟਿਆ, ਇੱਕ ਮਿਸਾਲ ਬਣਾਈ ਅੱਗ ਲਾਉਣ ਲਈ। ਅਸੀਂ ਗਿਰਜੀ ਉਹਲੇ ਗਏ ਆ, ਉਹ ਡੋਲੂ 'ਚ ਤੇਲ ਪਲਟਿਆ। ਅਸੀਂ 2 ਨੰਬਰ ਕਮਰੇ 'ਚ ਪੂਲਾ ਬੈਠਾ ਸੀ, 3 ਨੰਬਰ ਕਮਰੇ ਦੇ ਵਿੱਚ ਅਸੀਂ ਵੜ ਕੇ ਮਿਸਾਲ ਨੂੰ ਅੱਗ ਲਾਈ ਆ। ਅੱਗ ਲਾ ਕੇ ਵੜ ਗਏ ਇਹਦੇ ਕਮਰੇ 'ਚ। ਅਸੀਂ ਆ ਪਾਪੀਆ ਅੰਤ ਆ ਗਿਆ, ਹੋ ਜਾ ਤਿਆਰ। ਇਹ ਅਖਬਾਰ ਪੇਪਰ ਅਖਬਾਰ ਪੜ੍ਹਨ ਦਿਆ ਸੀ ਤੇ ਇਹਨੇ ਸਾਡੇ ਵਾਲੇ ਵੇਖਿਆ, ਇਹਦੇ ਹੱਥੋਂ ਵੀ ਅਖਬਾਰ ਛੁੱਟ ਗਈ ਤੇ ਤੇਲ ਪਾਇਆ ਤੇ ਅਸੀਂ ਅੱਗ ਲਾ ਦਿੱਤੀ। ਤੇ ਜਦੋਂ ਅੱਗ ਲਾਈ ਉੱਥੇ ਫਿਰ ਉਹ ਕਿਵੇਂ ਤੜਫਿਆ? ਉੱਥੇ ਫਿਰ ਤੜਫਿਆ ਜੀ ਅਸੀਂ। ਉਸ ਤੋਂ ਬਾਅਦ ਉਹਦਾ ਗੜਵਈ ਆਇਆ, ਉਹਨੇ ਦਰਵਾਜ਼ਾ ਆਣ ਕੇ ਬਾਹਰੋਂ ਬੰਦ ਕਰਤਾ। ਉਹ ਨਾ ਡਬਲ ਘਿਰਲਾ ਹੁੰਦਾ, ਇੱਕ ਨਾ ਚੱਕੀਆਂ ਹੁੰਦੀਆਂ, ਅੰਦਰ ਕਮਰਾ ਹੁੰਦਾ, ਉਹਨੂੰ ਡਬਲ ਘਿਰਲਾ ਲੱਗਾ ਹੁੰਦਾ। ਉਹਨੇ ਆਣ ਕੇ ਗੜਵਈ ਨੇ ਦਰਵਾਜ਼ਾ ਜੋ ਬੰਦ ਕੀਤਾ ਤੇ ਅਸੀਂ ਪਿੱਛਾ ਭੌਂ ਕੇ ਵੇਖਿਆ, ਉਹਨੂੰ ਅੱਗ ਲੱਗ ਚੁੱਕੀ ਸੀ ਪੂਰਾ। ਸਾਨੂੰ ਪਤਾ ਸੀ ਵੀ ਇਹਨੇ ਮੱਚ ਜਾਣਾ, ਬਲਾਸਟ ਹੋ ਗਿਆ ਪੂਰਾ। ਅੰਦਰ ਪੱਖਾ ਵਗੈਰਾ ਚੱਲਣ ਡਿਆ। ਇਹ ਅਗਸਤ ਮਹੀਨੇ ਦੇ ਵਿੱਚ ਗਰਮੀ ਹੁੰਦੀ ਆ। ਉਹਦੇ ਆਸਣ ਲੱਗਾ ਸੀ ਥੱਲੇ ਜਿਹੜਾ, ਉਹਨੂੰ ਵੀ ਅੱਗ ਲੱਗ ਗਈ ਆ। ਤੇ ਅਸੀਂ ਪਿੱਛਾ ਭੌਂ ਕੇ ਵੇਖਿਆ, ਦਰਵਾਜ਼ਾ ਬੰਦ ਹੋ ਗਿਆ। ਇੱਕ ਦਰਵਾਜ਼ੇ ਨੂੰ ਕੁੰਡੀ ਨਹੀਂ ਲੱਗੀ, ਉਹਨੂੰ ਅਸੀਂ ਲੱਤ ਮਾਰੀ, ਉਹਦਾ ਗੜਵਈ ਪਿੱਛੇ ਡਿੱਗ ਗਿਆ, ਅਸੀਂ ਬਾਹਰ ਨਿਕਲ ਕੇ ਆਏ। ਅੱਛਾ, ਮਤਲਬ ਤੁਸੀਂ ਜਦੋਂ ਤੇਲ ਪਾਇਆ ਉੱਥੇ, ਜਦੋਂ ਨੂੰ ਅੱਗ ਲੱਗ ਗਈ ਤੁਸੀਂ ਉੱਥੋਂ ਚਲੇ ਗਏ? ਅਸੀਂ ਚਲੇ ਗਏ ਜੀ। ਹਾਂਜੀ। ਫਿਰ ਜਦੋਂ ਪਤਾ ਲੱਗਾ, ਪੁਲਿਸ ਨੂੰ ਪਤਾ ਲੱਗਾ, ਜਿਹੜੇ ਅੰਦਰ ਡਿਊਟੀ ਤੇ ਸੀਗੇ ਕਰਮਚਾਰੀ, ਉਹਨਾਂ ਨੂੰ ਪਤਾ ਲੱਗਾ, ਤੇ ਫਿਰ ਕੀ ਰਿਐਕਟ ਹੋਇਆ ਉੱਥੇ? ਕੀ ਕੁਝ ਸਾਹਮਣੇ ਆਇਆ? ਕੀ ਕੁਝ ਹੋਇਆ ਫਿਰ? ਜੀ ਪੁਲਿਸ ਨੂੰ ਜੋ ਪਤਾ ਲੱਗਾ, ਪੁਲਿਸ ਸਾਡੇ ਕੋਲ ਆਈ ਆ। 15-20 ਜਣੇ ਘੇਰੇ ਇਕੱਠੇ ਹੋ ਗਏ ਆ। ਅਸੀਂ ਸਰ ਅਸੀਂ ਜ਼ਿੰਮੇਵਾਰੀ ਚੁੱਕਦੇ ਆ, ਜੋ ਕਰਨਾ ਅਸੀਂ ਕਰ ਆਏ ਆ। ਤੇ ਸਾਨੂੰ ਤੁਹਾਡਾ ਕੋਈ ਮੁਲਾਜ਼ਮ ਸਾਨੂੰ ਕੋਨੇ ਤੇ ਖਿਲਾਰ ਕੇ ਬੇਸ਼ੱਕ ਇੱਥੇ ਗੋਲੀ ਮਾਰ ਦਿਓ, ਸਾਨੂੰ ਕੋਈ ਹਿਰਖ ਨਹੀਂ। ਜਿਹੜਾ ਕੰਮ ਕਰਨਾ ਅਸੀਂ ਕਰ ਆਏ ਆ। ਸਾਨੂੰ ਕੋਨੇ ਤੇ ਖਿਲਾਰ ਕੇ ਗੋਲੀ ਮਾਰ ਦਿਓ ਤੇ ਸਾਨੂੰ ਕੋਈ ਮੁਲਾਜ਼ਮ ਤੁਹਾਡਾ ਕੋਈ ਫਟੋਕੀ ਜਾਂ ਡੰਡਾ ਨਾ ਕੋਈ ਮਾਰੇ। ਉਹਨਾਂ ਨੇ ਕੁਝ ਨਹੀਂ ਕਿਹਾ ਜੀ, ਸਾਨੂੰ ਬੰਦ ਕਰਤਾ ਚੱਕੀਆਂ 'ਚ ਖੜ ਕੇ। ਇਹ ਉਦੋਂ ਜਦੋਂ ਤੁਸੀਂ ਇਹਨੂੰ ਅੱਗ ਲਾ ਦਿੱਤੀ, ਤੁਸੀਂ ਉੱਥੋਂ ਬਾਹਰ ਆ ਗਏ, ਫਿਰ ਇਸ ਨੂੰ ਇਹ ਵੀ ਆਉਂਦਾ ਕਿ ਇਹਨੂੰ ਹਸਪੀਟਲ ਲਿਜਾਇਆ ਗਿਆ, ਉਦੋਂ ਤੁਹਾਡੇ ਮਨ 'ਚ ਹੈਗਾ ਸੀਗਾ ਕਿਤੇ ਜਿੰਦਾ ਨਾ ਬਚ ਜਾਵੇ ਜਾਂ ਕੁਝ ਇਸ ਤਰ੍ਹਾਂ? ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਥੋੜਾ ਟਾਈਮ, ਇਹ ਮਹੀਨਾ 2 ਮਹੀਨੇ ਕੱਢ ਜੇ, ਸਾਨੂੰ ਤੇ ਕੋਈ ਪਰਵਾਹ ਹੀ ਨਹੀਂ। ਮੇਰਾ ਉਦੋਂ ਸਾਲ ਦਾ ਇੱਕ ਬੱਚਾ ਸੀ, ਹੁਸਨਪ੍ਰੀਤ ਸਿੰਘ ਮੇਰਾ ਬੇਟਾ 1 ਸਾਲ ਦਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਲਾਲ ਆਪਣੇ ਲਈ ਵਾਰਤੇ, ਤੇ ਮੈਂ ਤੇ ਉਦੋਂ ਪਰਿਵਾਰ ਆਪਣਾ ਖਤਮ ਕਰਕੇ ਗਿਆ ਤੇ ਆਪਣਾ ਸਾਰਾ ਕੁਝ ਹੀ ਕਰਕੇ ਗਿਆ। ਮੇਰੀ ਉੱਥੇ ਜਾਨ ਵੀ, ਇਹਨੂੰ ਮਾਰ ਲਈ ਮੇਰੀ ਜਾਨ ਵੀ ਚਲੀ ਜਾਂਦੀ ਤੇ ਮੈਨੂੰ ਕੋਈ ਹਿਰਖ ਨਹੀਂ। ਚੜ੍ਹਦੀ ਕਲਾ 'ਚ ਗਏ ਹਾਂ ਤੇ ਸਾਨੂੰ ਕੋਈ ਨਹੀਂ, ਇਹ ਬਚ ਵੀ ਜਾਂਦਾ। ਥੋੜਾ ਟਾਈਮ ਪਾ ਕੇ ਮਹੀਨਾ 2 ਮਹੀਨੇ ਕੱਢ ਕੇ ਵੀ ਮਰਦਾ ਤੇ ਸਾਨੂੰ ਕੋਈ ਜਾਣੀ ਕਿ ਦੁੱਖ ਨਹੀਂ, ਤੇ ਨਾ ਸਾਡਾ ਕੋਈ ਵਿਗਾੜੀ ਸਕਦਾ ਹੈ।
ਫਿਰ ਜਿੰਨਾ ਚਿਰ ਇਹ ਹਸਪੀਟਲ ਦੇ ਵਿੱਚ ਰਿਹਾ ਆ, ਤੁਸੀਂ ਉਸੇ ਜੇਲ੍ਹ ਦੇ ਵਿੱਚ ਰਹੇ ਤੇ ਕੋਈ ਕੇਸ ਤੁਹਾਡੇ ਤੇ ਚਲਾਇਆ ਗਿਆ ਜਾਂ ਤੁਹਾਡੇ ਤੇ ਕੋਈ ਸਖਤੀ ਕੀਤੀ ਗਈ ਜਾਂ ਤਸ਼ੱਦਦ ਕੀਤਾ ਗਿਆ ਹੋਵੇ ਕਿ ਤੁਸੀਂ ਇਹ ਕਿਉਂ ਕੀਤਾ ਜਾਂ ਕਿਸ ਤਰ੍ਹਾਂ ਕੀਤਾ? ਉੱਥੇ ਜੇਲ੍ਹ ਅਧਿਕਾਰੀਆਂ ਦੇ ਉੱਤੇ ਵੀ ਇਸ ਚੀਜ਼ ਦਾ ਜ਼ਰੂਰ ਆਇਆ ਹੋਊਗਾ ਕਿ ਕਿਵੇਂ ਇੱਥੋਂ ਤੱਕ ਤੇਲ ਪਹੁੰਚਿਆ ਜਾਂ ਸਾਰਾ ਕੁਝ ਕਿਵੇਂ ਪਹੁੰਚਿਆ? ਜੇਲ੍ਹ ਦੇ ਵਿੱਚ ਸਾਨੂੰ ਇੱਕ ਦਿਨ ਬੰਦ ਰੱਖਿਆ। ਡਿਪਟੀ ਸੁਪਰਡੈਂਟ ਆਏ ਆ, ਉਹਨੇ ਕਿਹਾ ਵੀ ਕਾਕਾ, ਸਾਨੂੰ ਜੇਲ੍ਹ ਵਾਲਿਆਂ ਕੁਝ ਨਹੀਂ ਕਿਹਾ ਵੀ ਇਵੇਂ ਕਵਾਂ ਵੀ ਉਹਨਾਂ ਨੇ ਉਹ ਕੀਤਾ ਜੇ ਕੀਤਾ, ਕੁਝ ਨਹੀਂ ਕਿਹਾ ਵੀ ਉਹਨਾਂ ਨੇ ਬੰਦ ਕਰਤਾ। ਸਾਨੂੰ ਬੰਦ ਕਰਕੇ ਸਾਡਾ ਪੁੱਛਗਿੱਛ ਕੀਤੀ, ਪੁੱਛਗਿੱਛ ਕਰਕੇ ਤੇ ਉਹਨਾਂ ਪਰਚਾ ਕੱਟਿਆ, ਸਦਰ ਥਾਣੇ ਨੂੰ ਭੇਜਤਾ। ਸਦਰ ਥਾਣੇ ਵਾਲੇ ਅਗਲੇ ਦਿਨ ਆਏ ਆ, ਡੀਐਸਪੀ ਕੋਲ ਵਿਜੇ ਪ੍ਰਤਾਪ, ਸਾਡਾ ਰਿਮਾਂਡ ਲੈ ਕੇ ਗਏ ਆ। ਉੱਥੇ 6 ਦਿਨਾਂ ਦਾ ਸਾਡਾ ਰਿਮਾਂਡ ਪਹਿਲੇ ਦਿਨ ਮਿਲਿਆ। 6 ਦਿਨਾਂ ਦਾ ਰਿਮਾਂਡ ਮਿਲਿਆ ਤੇ 6 ਦਿਨਾਂ ਦਾ ਰਿਮਾਂਡ ਮਿਲਿਆ। ਉਹਨਾਂ ਪੁੱਛਗਿੱਛ ਕੀਤੀ ਆ ਵੀ ਕਿਹੜੀ ਜਥੇਬੰਦੀ ਨੇ ਕੰਮ ਕਰਾਇਆ, ਕਿਹਦੇ ਬਾਹਰੋਂ ਫੋਨ ਆਉਂਦੇ ਸੀ, ਕਿਹਦੇ ਪਾਕਿਸਤਾਨੋਂ ਫੋਨ ਆਉਂਦੇ ਸੀ। ਇਹੋ ਕਿਹਾ ਵੀ ਜੋ ਕੀਤਾ ਅਸੀਂ ਆਪ ਕੀਤਾ, ਨਾ ਕਿਸੇ ਦੇ ਕਹਿਣ ਤੇ ਕਰਨਾ ਸੀ ਤੇ ਨਾ ਸਾਨੂੰ ਲੋੜ ਹੀ। ਜੋ ਸਾਡੇ ਮਾਲਕ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਿਲਾਂ ਦੇ ਵਿੱਚ ਵਸੇ, ਸਾਨੂੰ ਥਾਪੜਾ ਦਿੱਤਾ, ਅਸੀਂ ਜਾ ਕੇ ਉਹ ਕੰਮ ਕਰਤਾ ਤੇ ਨਾ ਕਿਸੇ ਦੇ ਕਹਿਣ ਤੇ ਕੀਤਾ ਤੇ ਨਾ ਕਰਨਾ ਹੀ ਤੇ ਨਾ ਸਾਨੂੰ ਕਿਸੇ ਦੇ ਕੋਈ ਪੈਸੇ ਦਾ ਕੋਈ ਲਾਲਚੀ। ਜੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਸ ਦੀ ਮੌਤ ਦੀ ਖਬਰ ਤੁਹਾਡੇ ਤੱਕ ਪਹੁੰਚੀ, ਕਿੰਨੇ ਦਿਨਾਂ ਤੱਕ ਤੁਹਾਨੂੰ ਪਤਾ ਲੱਗ ਗਿਆ ਕਿ ਹਾਂ ਉਹ ਮਰ ਗਿਆ? ਇਹ ਜੀ ਅੱਜ ਜਿਸ ਤਰ੍ਹਾਂ ਵੀਰਵਾਰ 12 ਵਜੇ ਅੱਗ ਲੱਗਦੀ ਉਹਨੂੰ, 12 ਵਜੇ, ਅਗਲੇ ਦਿਨ ਉਹ 8 ਵਜੇ ਮਰ ਜਾਂਦਾ ਜੀ। ਜੀ। ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਫਿਰ ਜੇਲ੍ਹ ਜਿਹੜੀ ਆ, ਜਦੋਂ ਤੁਸੀਂ ਕਿਹਾ ਰਿਮਾਂਡ ਲਿਆ, ਰਿਮਾਂਡ ਤੋਂ ਬਾਅਦ ਦੇ ਵਿੱਚ ਉੱਥੇ ਹੀ ਰਹਿ ਕੇ ਜਾਂ ਤਬਦੀਲ ਕਰ ਦਿੱਤਾ ਗਿਆ ਤੁਹਾਨੂੰ ਕਿਸੇ ਦੂਸਰੀ ਜਗ੍ਹਾ ਤੇ? ਨਹੀਂ ਜੀ, ਮੈਂ 2007 ਤੋਂ ਲੈ ਕੇ 6 ਸਾਲ ਉੱਥੇ ਲਗਾਤਾਰ ਜੇਲ੍ਹ ਕੱਟੀ ਆ। ਮੇਰੀ 2012 ਜੇਲ੍ਹ ਸ਼ਿਫਟ ਕੀਤੀ ਆ ਗੁਰਦਾਸਪੁਰ ਭੇਜਤਾ। ਮੈਂ 6 ਸਾਲ ਲਗਾਤਾਰ ਉੱਥੇ ਕੱਟੇ ਜੀ। ਹਾਂਜੀ। ਫਿਰ ਇਹਦਾ ਕੇਸ ਜਿਹੜਾ ਆ ਤੁਹਾਡੇ ਉੱਤੇ ਚੱਲਿਆ, ਇਹ ਜਿਹੜਾ ਪੂਲੇ ਨੂੰ ਮਾਰਨ ਦਾ ਕੇਸ ਵੀ ਤੁਹਾਡੇ ਤੇ ਪਿਆ ਜਾਂ ਚੱਲਿਆ ਜਾਂ ਕੀ ਹੋਇਆ ਫਿਰ? ਹਾਂਜੀ, ਕੇਸ 303 ਦਾ ਪਿਆ ਜੀ, ਕੇਸ ਵੀ ਚੱਲਿਆ। ਕੇਸ ਚੱਲਿਆ ਸਾਡਾ 2008 ਤੋਂ ਲੈ ਕੇ 2014 ਤੱਕ ਕੇਸ ਚੱਲਿਆ। ਇਹ 14 ਚ ਕੇਸ ਭਰੀ ਹੋ ਗਿਆ ਜੀ। ਹਾਂਜੀ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਾਫੀ ਟਾਈਮ ਜੇਲ੍ਹ ਦੇ ਵਿੱਚ ਰਹੇ, ਹੁਣ ਆ ਕੇ ਰਿਹਾ ਜਿਹੜਾ ਹੋਇਆ? ਹਾਂਜੀ, ਮੈਂ ਭਾਜੀ 2007 ਤੋਂ ਲੈ ਕੇ ਤੇ ਹੁਣ 2019 ਚੜ ਗਈ ਆ ਤੇ ਬੜੀ ਸ਼ੁਭ ਕਾਮਨਾ ਵੀ ਆ ਨਵਾਂ ਸਾਲ ਜਿਹੜਾ, ਬੜੀ ਮੁਬਾਰਕਾਂ ਜੀ। ਤੇ ਸਭ ਨੂੰ, ਮੇਰੇ ਵੀਰਾਂ ਨੂੰ, ਬਾਹਰਲਿਆਂ ਨੂੰ, ਸਾਰੀਆਂ ਕੰਟਰੀਆਂ ਨੂੰ, ਸਾਰੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਨੂੰ ਤੇ ਸਿੱਖ ਆਪਣਾ ਸਮੂਹ ਸੰਗਤਾਂ ਨੂੰ ਤੇ ਬਹੁਤ ਹੱਥ ਜੋੜ ਕੇ ਦਾਸ ਹਰਚੰਦ ਸਿੰਘ ਤੇ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ, ਜਿਹੜੀਆਂ ਤੁਹਾਡਾ ਨਾਮ ਲੱਗਦਾ ਸੀ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਕੌਮ ਵਾਸਤੇ ਕੰਮ ਕੀਤਾ, ਜਿਹੜੀ ਗੁਰੂ ਸਾਹਿਬ ਨੇ ਸੇਵਾ ਲਈ। ਉਸ ਤੋਂ ਬਾਅਦ ਕੋਈ ਜਥੇਬੰਦੀ ਦਾ ਕੋਈ ਨੁਮਾਇੰਦਾ ਕਦੇ ਤੁਹਾਡੀ ਮੁਲਾਕਾਤ ਤੇ ਆਇਆ ਹੋਵੇ ਜਾਂ ਪਰਿਵਾਰ ਤੱਕ ਪਹੁੰਚ ਕੀਤੀ ਹੋਵੇ ਕਿਸੇ ਨੇ? ਜੀ, ਪਹਿਲੋਂ ਤਾਂ ਜਦੋਂ ਇਹ ਕੰਮ ਕੀਤਾ ਜੀ, ਇਹ ਸਾਨੂੰ ਇੱਥੋਂ ਤੱਕ ਪਤਾ ਹੀ ਨਹੀਂ ਹੈਗਾ ਵੀ ਕੋਈ ਸਾਡੇ ਮਗਰ ਆਏਗਾ। ਅਸੀਂ ਆਪਣੇ ਸਿਰ ਬਸੇਰ ਕੀਤਾ ਸੀ। ਉਸ ਤੋਂ ਬਾਅਦ ਜਥੇਬੰਦੀਆਂ ਜਿੰਨੀਆਂ, ਚਲੋ ਪੰਜਾਬ ਦੀਆਂ ਜਥੇਬੰਦੀਆਂ ਲਾ ਲਓ, ਬਾਹਰਲੀਆਂ ਲਾ ਲਓ, ਹਨਾ, ਉਹਨਾਂ ਨੇ ਪੈਸੇ ਦੀ ਸਪੋਰਟ ਕੀਤੀ ਆ। ਗੱਗੂ ਨੇ ਪੈਸੇ ਜੇ ਮਾਇਆ ਭੇਜੀ ਆ ਤੇ 45,000 ਰੁਪਈਆ ਸਾਰਾ ਮੇਰੇ ਘਰੇ ਭੇਜਿਆ। ਹਾਂਜੀ। ਤੇ ਬਾਕੀ ਕਿਸੇ ਜਥੇਬੰਦੀ ਦਾ ਮੇਰੇ ਕੋਲ ਪੈਸਾ ਨਹੀਂ ਆਇਆ ਜੀ। ਜੇ ਆਏ ਵੀ ਆ ਥੋੜੇ ਵਾਦੇ ਤੇ ਮੈਂ ਉਹਨਾਂ ਦਾ ਧੰਨਵਾਦੀ ਆ। ਤੁਹਾਨੂੰ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਚਲੇ ਗਏ, ਇਹ ਕਾਂਡ ਜਿਹੜਾ ਆ ਇਹ ਹੋਇਆ, ਉਸ ਤੋਂ ਬਾਅਦ ਦੇ ਵਿੱਚ ਕਦੀ ਪਰੋਲ ਤੇ ਤੁਸੀਂ ਆਏ ਕਿ ਪਰੋਲ ਮਿਲੀ ਨਹੀਂ ਉਦੋਂ ਦੀ? ਜੀ, ਪਰੋਲ ਮੈਨੂੰ ਮਿਲੀ ਨਹੀਂ ਜੀ, ਨਿੱਘਰ ਟਾਈਮ ਕੱਟਣਾ ਪਿਆ ਜੀ। ਮੈਂ ਕਾਫੀ ਵਾਰਾਂ ਛੁੱਟੀ ਵੀ ਤੋਰ ਲਈ ਜੀ ਤੇ ਕਾਫੀ ਵਾਰਾਂ ਵੀ ਜਾਣੀ ਕਿ ਮੈਂ ਬਹੁਤ ਜ਼ਿਆਦਾ ਜ਼ੋਰ ਲਾ ਲਿਆ, ਜ਼ਬਾਨਤਾਂ ਨੂੰ ਵੀ ਜ਼ੋਰ ਲਾ ਲਿਆ, ਛੁੱਟੀ ਨੂੰ ਵੀ ਜ਼ੋਰ ਲਾ ਲਿਆ। ਤੇ ਸਿਰਫ ਸਰਕਾਰਾਂ ਇਹ ਚਾਹੁੰਦੀਆਂ ਵੀ ਸਾਡੇ ਥੱਲੇ ਲੱਗੇ, ਸਾਨੂੰ ਕਵੇ। ਮੈਂ ਨਹੀਂ ਕਿਸੇ ਨੂੰ ਕਿਹਾ ਵੀ ਤਰਲਾ ਨਹੀਂ ਮਾਰਿਆ, ਮੈਨੂੰ ਨਿੱਘਰ ਕੱਟਣੀ ਚੰਗੀ ਆ। ਜਿੱਦਣ ਮੈਨੂੰ ਉੱਤੋਂ ਸਰਕਾਰ ਰਿਹਾ ਕਰੇਗੀ ਕਰ ਦੇਗੀ, ਨਹੀਂ ਤੇ ਮੈਂ ਬੈਠਾ ਅੰਦਰ ਵੀ ਮੈਂ ਸੇਵਾ, ਸਤਿਗੁਰੂ ਮਹਾਰਾਜ ਨੇ ਮੇਰੇ ਤੋਂ ਸੇਵਾ ਲਈ ਆ, ਮੈਂ ਸੇਵਾ ਨਿਭਾਈ ਆ। ਹੋਰ ਵੀ ਵੀਰ ਬਾਈ 20 22 ਸਾਲ ਹੋ ਗਏ ਨਿੱਘਰ ਬੈਠਿਆਂ ਨੂੰ, ਉਹਨਾਂ ਵਾਲੇ ਦੇਖ ਕੇ ਮੈਂ ਵੀ 11 12 ਸਾਲ ਕੱਟ ਕੇ ਨਿੱਘਰ ਆ ਗਿਆ। ਤੁਹਾਡਾ ਪਿੰਡ ਜਿਹੜਾ ਆ ਉਹ ਮਾੜੀ ਕੰਬੋਕੇ ਆ, ਜਿਹੜਾ ਤੁਹਾਡਾ ਜੱਦੀ ਪਿੰਡ ਆ? ਇਹ ਜੱਦੀ ਪਿੰਡ ਜੀ ਮੇਰਾ ਮਾੜੀ ਕੰਬੋਕੇ ਆ। ਕਾਲਵਾ ਪਿੰਡ ਮੇਰੇ ਸਹੁਰੇ ਆ। ਕਾਲਵਾ ਪਿੰਡ ਦੇ ਵਿੱਚ ਮੈਂ ਆਪਣਾ ਛੋਟਾ ਜਿਹਾ ਮਕਾਨ ਪਾ ਕੇ ਇੱਥੇ ਬੈਠਾ ਤੇ ਜੱਦੀ ਪਿੰਡ ਮੇਰਾ ਪਿੰਡ ਮਾੜੀ ਕੰਬੋਕੇ। ਹਾਂਜੀ। ਤੇ ਹੁਣ ਕਾਲਵਾ ਪਿੰਡ ਦੇ ਵਿੱਚ ਮੈਂ ਇਸ ਟਾਈਮ ਤੇ ਇੱਥੋਂ ਦੇ ਵਸਨੀਕ। ਹਾਂਜੀ। ਹਾਂਜੀ। ਤੇ ਫਿਰ ਹੁਣ ਜਿੱਦਾਂ ਤੁਸੀਂ ਇੱਥੇ ਰਹਿੰਦੇ ਹੋ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਕਿਉਂਕਿ ਪਹਿਲਾਂ ਤੁਸੀਂ ਕੋਈ ਕਾਰਜ ਕਰਦੇ ਸੀਗੇ, ਕੰਮ ਕਰਦੇ ਸੀਗੇ ਆਪਣਾ, ਜਾਂ ਹੁਣ ਜਿਸ ਤਰ੍ਹਾਂ ਤੁਸੀਂ ਆਏ ਹੋ, ਸੰਗਤਾਂ ਨੂੰ ਜੇਕਰ ਕੋਈ ਮਦਦ ਦੀ ਤੁਸੀਂ ਅਪੀਲ ਕਰਨੀ ਚਾਹੋ ਜਾਂ ਉਹਨਾਂ ਨੂੰ ਕਹਿਣਾ ਚਾਹੋ? ਮੈਂ ਇਹੋ ਹੀ ਹੱਥ ਜੋੜ ਕੇ ਸਿੱਖ ਸੰਗਤਾਂ ਨੂੰ,
ਸਮੂਹ ਆਪਣਾ ਸੰਗਤਾਂ ਨੂੰ, ਸਿੱਖ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ। ਤੇ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਹੋ ਜਾਂਦੇ, ਬੰਦੇ ਨੇ 12 ਸਾਲ 13 ਸਾਲ ਜੇਲ੍ਹ ਕੱਟੀ ਹੋਵੇ। ਤੇ ਬਾਕੀ ਇਹ ਆ ਵੀ ਮੇਰੀ ਸਪੋਰਟ ਕਰਨ ਸਿੱਖ ਜਥੇਬੰਦੀਆਂ ਬਾਹਰਲੀਆਂ। ਉਸ ਤੋਂ ਬਾਅਦ ਮੈਂ ਵੀ ਜਿਹੜੇ ਨਵਤੇਜ ਸਿੰਘ ਗੱਗੂ ਕੰਮ ਕਰ ਰਿਹਾ ਚੰਗੇ ਚੰਗੇ ਵਧੀਆ, ਮੇਰੇ ਕੋਲ ਵੀ ਮਾਇਆ ਅੱਜ ਆਵੇ ਤੇ ਮੈਂ ਵੀ ਇਦਾਂ ਕਾਰਜ ਸਾਰੇ ਲੋੜਵੰਦਾਂ ਦੇ ਵਿੱਚ ਵਿਚਰਾਂ ਤੇ ਲੋੜਵੰਦਾਂ ਦੇ ਵਿੱਚ ਪਹੁੰਚਾਂ, ਗਰੀਬਾਂ ਦੇ ਵਿੱਚ ਪਹੁੰਚ ਕੇ ਮੈਂ ਵੀ ਮਦਦ ਕਰ ਸਕਾਂ। ਤੇ ਮੇਰੀ ਵੀ ਹੱਥ ਜੋੜ ਕੇ ਇਹੋ ਬੇਨਤੀ, 11-12 ਸਾਲ ਮੈਂ ਕੱਟ ਗਿਆ ਆ ਤੇ ਮੇਰੀ ਵੀ ਗੱਲਬਾਤ ਇਹ ਸੁਣਨ ਤੇ ਮੇਰੇ ਕੋਲ ਪਹੁੰਚਣ। ਪਰਿਵਾਰ ਦੀ ਤੁਹਾਡੇ ਦੀ ਗੱਲ ਕਰੀਏ, ਇਹ ਕਿ ਪਰਿਵਾਰ ਦਾ ਕਿਵੇਂ ਗੁਜ਼ਾਰਾ ਰਿਹਾ ਬਾਅਦ ਦੇ ਵਿੱਚ, ਕਿਉਂਕਿ ਤੁਸੀਂ ਕਮਾਉਣ ਵਾਲੇ ਸੀਗੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਪਿੰਡ ਜਿਹੜਾ ਮਾੜੀ ਕੰਬੋ ਕੇ ਹੀ, ਤੁਹਾਡੇ ਧਰਮ ਪਤਨੀ ਜਿਹੜੇ ਉਹਨਾਂ ਨੂੰ ਫਿਰ ਇੱਥੇ ਆਉਣਾ ਪਿਆ। ਫਿਰ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚੱਲਿਆ? ਬੱਚੇ ਜਿਹੜੇ ਆ ਉਹ ਛੋਟੇ ਸੀਗੇ, ਉਹਨਾਂ ਨੂੰ ਪਾਲਣਾ, ਸਾਰਾ ਕੰਮ ਕਰਨਾ, ਉਹ ਕਿਵੇਂ ਗੁਜ਼ਾਰਾ ਹੋਇਆ ਫਿਰ? ਗੁਜ਼ਾਰਾ ਭਾਈ ਸਾਹਿਬ ਜੀ ਉਹ ਇਵੇਂ ਹੋਇਆ ਵੀ ਜਿਸ ਤਰ੍ਹਾਂ ਕਿਸੇ ਤੋਂ 10,000 ਆ ਗਿਆ, ਕਿਸੇ ਤੋਂ 20,000 ਆ ਗਿਆ, ਕਿਸੇ ਤੋਂ 5,000 ਰੁਪਈਆ ਆ ਗਿਆ, ਇਦਾਂ ਗੁਜ਼ਾਰਾ ਹੋਇਆ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਜੀ। ਹਾਂਜੀ। ਤੋ ਬਿਲਕੁਲ ਇਹ ਸਨ ਭਾਈ ਹਰਚੰਦ ਸਿੰਘ ਜੀ, ਜਿਹੜੇ ਕਿ ਅਜੀਤ ਪੂਲੇ ਨੂੰ ਜਿਨ੍ਹਾਂ ਨੇ ਸੋਧਾ ਲਾਇਆ। ਉਹਨਾਂ ਨੇ ਸਾਰੀ ਕਹਾਣੀ ਜਿਹੜੀ ਆ ਉਹ ਬਿਆਨ ਕੀਤੀ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਨੇ ਸੁਣਿਆ ਕਿ ਕਿਵੇਂ ਇਹ ਕਾਰਜ ਜਿਹੜਾ ਆ ਉਹ ਕੀਤਾ ਗਿਆ, ਕਿਉਂਕਿ ਉਹ ਇੱਕ ਅਜਿਹਾ ਵਿਅਕਤੀ ਸੀਗਾ। ਉਸ ਦੀ ਜੇਕਰ ਤੁਸੀਂ ਹਿਸਟਰੀ ਫੋਲ ਕੇ ਦੇਖ ਲਓ ਤਾਂ ਉਸਨੇ ਇੰਨੇ ਕੁ ਮਾੜੇ ਕੰਮ ਕੀਤੇ ਆ ਕਿ ਅਸੀਂ ਉਸ ਬਾਰੇ ਸੋਚ ਵੀ ਨਹੀਂ ਸਕਦੇ। ਸੋ ਇਹ ਵੀਰ ਹੁਰੀ ਹੁਣ ਵਾਪਸ ਆ ਗਏ ਆ, ਆਪਣੇ ਘਰ ਆ ਗਏ ਆ, ਆਪਣੇ ਪਰਿਵਾਰ 'ਚ ਆ ਗਏ ਆ। ਸੋ ਇਹਨਾਂ ਦੀ ਮਦਦ ਜੇਕਰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਿਹੜੀਆਂ ਆ ਉਹ ਕਰਨੀਆਂ ਚਾਹੁਣ ਤਾਂ ਇਹਨਾਂ ਦਾ ਸੰਪਰਕ ਨੰਬਰ ਜਿਹੜਾ ਉਹ ਸਿੱਖ ਚੈਨਲ ਤੋਂ ਲੈ ਸਕਦੀਆਂ ਨੇ। ਸਿੱਧੇ ਤੌਰ 'ਤੇ ਮਦਦ ਜਿਹੜੀ ਆ ਉਹ ਵੀ ਕਰ ਸਕਦੀਆਂ ਨੇ, ਸਿੱਖ ਚੈਨਲ ਦੇ ਥਰੂ ਵੀ ਮਦਦ ਜਿਹੜੀ ਆ ਉਹ ਇਹਨਾਂ ਦੀ ਕਰ ਸਕਦੀਆਂ ਨੇ। ਅੰਤ ਦੇ ਉੱਤੇ ਵੀਰ ਜੀ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੇ ਮੇਰੀ ਮਦਦ ਕੀਤੀ ਵੀ ਆ, ਜਿਨ੍ਹਾਂ ਨੇ ਨਹੀਂ ਵੀ ਕੀਤੀ ਚਾਹੇ ਕੀਤੀ ਆ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਨੇ ਵੀਰ ਹਰਚੰਦ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ। ਸੋ ਸੰਗਤਾਂ ਨੂੰ ਜਿਹੜਾ ਹੈ ਅੱਗੇ ਆ ਕੇ ਹੌਸਲਾ ਅਫਜ਼ਾਈ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ। ਉਹਨਾਂ ਨੇ ਸਮੁੱਚੀ ਜਿਹੜੀ ਗੱਲਬਾਤ ਆ ਉਹ ਦੱਸੀ। ਕੱਲ੍ਹ ਵੀ ਜਦੋਂ ਇਹ ਬਠਿੰਡਾ ਜੇਲ੍ਹ ਤੋਂ ਰਿਹਾ ਹੋਏ ਆ, ਉੱਥੇ ਵੀ ਕੋਈ ਜਥੇਬੰਦੀ ਦਾ ਆਗੂ ਜਿਹੜਾ ਨਹੀਂ ਪਹੁੰਚਿਆ। ਬਹੁਤ ਸਾਰੇ ਜਥੇਬੰਦੀਆਂ ਜਿਹੜੀਆਂ ਆ ਉਹ ਹੈਗੀਆਂ ਪੰਜਾਬ ਦੇ ਵਿੱਚ, ਪਰ ਇਹ ਕਿਤੇ ਨਾ ਕਿਤੇ ਸਾਡੀ ਤਰਾਸਦੀ ਆ ਕਿ 2-4 ਦਿਨ ਅਸੀਂ ਕਿਸੇ ਗੱਲ ਨੂੰ ਜਿਹੜਾ ਉਹ ਚੇਤ ਉਸ ਤੋਂ ਬਾਅਦ ਦੇ ਵਿੱਚ ਭੁੱਲ ਜਾਂਦੇ ਆ। ਇਹ ਵੀ ਗੱਲ ਹੈਗੀ ਸੀ, ਕੱਲ੍ਹ ਕੋਈ ਉੱਥੇ ਪਹੁੰਚਿਆ ਨਹੀਂ ਗਾ। ਇਸ ਚੀਜ਼ ਦਾ ਥੋੜ੍ਹਾ ਰੰਜ ਹੈਗਾ ਮਨ ਦੇ ਵਿੱਚ। ਨਹੀਂ ਜੀ, ਜਿਹੜੇ ਨਾ ਆਪਣੇ ਲੋਕਲ ਮੁੰਡੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਵੀ ਇਹ ਸਿੱਖੀ 'ਚ ਨਹੀਂ ਹੈਗੇ ਮੋਨੇ ਘੋਨੇ, ਉਹ ਮੇਰੇ ਪਿਆਰ ਜਿਹੜੇ ਦਿਲਾਂ ਦੇ ਵਿੱਚ ਜਿਨ੍ਹਾਂ ਦੇ ਮੈਂ ਵੱਸਦਾ, ਉਹ ਜਿਹੜੇ ਮੇਰੇ 10-20 ਸੱਜਣ ਹੈਗੇ ਉਹ ਪਹੁੰਚੇ ਆ। ਕੋਈ ਜਥੇਬੰਦੀ ਦਾ ਆਪਣੇ ਕੋਲ ਬੰਦਾ ਨਹੀਂ ਪਹੁੰਚਿਆ ਵੀ। ਤੇ ਸਾਰਿਆਂ ਨੂੰ ਪਹਿਲੋਂ ਇਹ ਮੇਜਰ ਆ ਕੁਵੈਤ ਤੋਂ ਮੇਜਰ ਆ ਵੀਰ, ਉਹਨੇ 4 ਦਿਨ ਸਾਰਿਆਂ ਨੂੰ ਮੈਸੇਜ ਲਾਤੇ, ਪੰਜਾਬ ਦੀਆਂ ਜਥੇਬੰਦੀਆਂ ਨੂੰ, ਬਾਹਰਲੀਆਂ ਜਥੇਬੰਦੀਆਂ ਨੂੰ 2 ਦਿਨ ਪਹਿਲੋਂ ਮੈਸੇਜ ਲਾਤੇ ਆ। ਫਿਰ ਚੰਦ ਵੀਰ ਦੀ 2 ਤਰੀਕ ਨੂੰ ਰਿਹਾਈ ਆ, 2019 ਪਹਿਲਾ ਮਹੀਨਾ 2 ਤਰੀਕ ਰਿਹਾਈ ਆ ਵੀ ਸਾਰੇ ਉੱਥੇ ਪਹੁੰਚੋ। ਉੱਥੋਂ ਜਥੇਬੰਦੀ ਦਾ ਬੰਦਾ ਕੋਈ ਵੀ ਨਹੀਂ ਪਹੁੰਚਿਆ ਜੀ। ਹਾਂਜੀ। ਸੋ ਬਿਲਕੁਲ ਸਾਨੂੰ ਜਿਹੜਾ ਆ ਉਹ ਹੌਸਲਾ ਅਫਜ਼ਾਈ ਵਾਸਤੇ ਅੱਗੇ ਆਉਣਾ ਚਾਹੀਦਾ ਵਾ। ਸੋ ਅੱਜ ਦੀ ਜਿਹੜੀ ਆ ਸਮੁੱਚੀ ਗੱਲਬਾਤ ਅਸੀਂ ਭਾਈ ਹਰਚੰਦ ਸਿੰਘ ਹੋਰਾਂ ਨਾਲ ਕੀਤੀ। ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਦੱਸੀ। ਸੋ ਹਾਂਜੀ, ਕੀ ਕਹਿਣਾ? ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਬਠਿੰਡੇ ਤੋਂ ਬਹੁਤ ਉਹਨਾਂ ਦਾ ਮੈਂ ਧੰਨਵਾਦੀ ਹਾਂ। ਇੱਕ ਲੱਖਾ ਸਿਧਾਣਾ ਹੈਗਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੀ ਰਿਹਾਈ ਕਰਵਾ ਕੇ ਬਾਹਰ ਲੈ ਕੇ ਆਏ। ਤੇ ਤਹਿ ਦਿਲੋਂ ਧੰਨਵਾਦੀ ਨਵਤੇਜ ਸਿੰਘ ਗੱਗੂ ਬਟਾਲਾ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਉਹ ਵੀ ਕੱਲ ਆਪਣੀਆਂ ਸੰਗਤਾਂ ਲੈ ਕੇ ਪਹੁੰਚੀ। ਤੇ ਕਾਲਵਾ ਤੋਂ ਇੱਥੋਂ ਆਪਣੇ ਮੁੰਡੇ ਘਰ 'ਚੋਂ ਮੇਰੇ ਆਪਣਾ ਪਰਿਵਾਰ ਉਹ ਵੀ ਸਵੇਰ ਤੋਂ ਉੱਥੇ ਪਹੁੰਚਿਆ ਤੇ ਮੈਨੂੰ ਉਹ ਲੈ ਕੇ ਆਏ ਆ। ਤੇ ਬਠਿੰਡੇ ਤੋਂ ਵੀਰ ਦਾ ਮੈਂ ਨਾਂ ਲੈ ਹੀ ਦਿੱਤਾ, ਲੱਖਾ ਸਿਧਾਣਾ, ਉਹ ਵੀ ਮੈਨੂੰ ਪਹੁੰਚਿਆ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਬੈਠਾ ਰਿਹਾ। ਹਾਂਜੀ। ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੂੰਗਾ ਕਿ ਬੱਚੇ ਜਿਹੜੇ ਸੀਗੇ ਤੁਹਾਡੇ, ਬੱਚਿਆਂ ਨਾਲ ਮੁਲਾਕਾਤ ਤੁਹਾਡੀ ਕਦੀ ਉੱਥੇ ਜਾ ਕੇ ਹੋਈ ਸੀਗੀ ਕਿ ਜਾਂ ਉਹ ਅੱਜ ਹੀ ਆ ਕੇ ਤੁਸੀਂ ਉਹਨਾਂ ਨੂੰ ਮਿਲੇ ਹੋ? ਜੀ ਮੁਲਾਕਾਤ ਮੈਂ ਥੋੜਾ ਨਾ ਮਾਇਆ ਦੁੱਖੋਂ, ਤੁਹਾਨੂੰ ਪਤਾ ਹੀ ਆ ਭਾਜੀ, ਘਰਾਂ ਦੇ ਮਹਾਂ ਰੋਕ ਆਉਂਦੇ ਆ। ਇੱਕ ਜੇਲ੍ਹਾਂ ਦੇ ਵੀ ਗਿਣੀਏ ਖਰਚੇ ਬਹੁਤ ਜ਼ਿਆਦੇ ਆ। ਜੇ ਪੈਸੇ ਵਾਲੇ ਦੀ ਜੇਲ੍ਹ ਆ ਉੱਥੇ 15-15 20-20 ਹਜ਼ਾਰ ਰੁਪਈਆ ਮਹੀਨੇ ਦਾ ਲੱਗ ਜਾਂਦਾ ਭਾਜੀ। ਤੋ ਘਰ ਦੇ ਮੈਨੂੰ ਕਿਤੇ ਥੋੜੇ ਬਾਅਦ ਜਦੋਂ ਪੈਸੇ ਦੇਣੇ ਹੁੰਦੇ ਸਾਲ 'ਚ ਇੱਕ ਨਹੀਂ ਬੱਚੇ ਮਿਲ ਆਉਂਦੇ ਸੀ। ਚਾਹੇ ਮੈਂ ਤਰੀਕਾਂ ਤੇ ਆਉਣਾ, ਤਰੀਕਾਂ ਤੇ ਮਿਲ ਲੈਂਦੇ ਸੀ, ਤੇ ਚਾਹੇ ਮੈਂ 2 ਸਾਲਾਂ ਬਾਅਦ ਅੱਜ ਮਿਲਿਆ ਬੱਚਿਆਂ ਨੂੰ ਆਣ ਕੇ। ਹਾਂਜੀ। ਵੀਰ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਕਿ
ਤੁਸੀਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹੇ ਜੇ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਨਾਭਾ, ਬਠਿੰਡਾ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਗਏ ਜੇ। ਜੇਲ੍ਹਾਂ ਨੂੰ ਲੈ ਕੇ ਬੜੀ ਚਰਚਾ ਆ ਪੰਜਾਬ ਦੇ ਵਿੱਚ ਵੀ ਕਿ ਜੇਲ੍ਹਾਂ 'ਚ ਨਸ਼ਾ ਬੜਾ ਜਿਹੜਾ ਆ ਉਹ ਚੱਲਦਾ ਆ ਜਾਂ ਵਿਕਦਾ ਆ ਜਾਂ ਉੱਥੋਂ ਤੱਕ ਪਹੁੰਚਦਾ ਆ ਜਾਂ ਉਹ ਗੱਲਬਾਤ ਜਿਹੜੀ ਆ ਇਹ ਇੱਥੋਂ ਤੱਕ ਜਿਹੜੀ ਉਹ ਆਉਂਦੀ ਆ। ਤੁਸੀਂ ਕੀ ਨੋਟ ਕੀਤਾ ਇੰਨੀਆਂ ਜੇਲ੍ਹਾਂ ਦੇ ਵਿੱਚ, ਵਾਕਿਆ ਇਹ ਸੱਚਾਈ ਹੈਗੀ ਆ? ਇਹ ਸੱਚਾਈ ਭਾਜੀ, ਜੇਲ੍ਹਾਂ ਦੇ ਵਿੱਚ ਲੋਕਾਂ ਨੇ ਅੱਜ ਕੱਲ੍ਹ ਆਪਣਾ ਪੈਸੇ ਦਾ ਵਪਾਰ ਬਣਾ ਚੁੱਕੇ ਆ। ਇਹਨਾਂ ਜੇਲ੍ਹਾਂ ਦੇ ਵਿੱਚ ਨਸ਼ਾ ਵੀ ਉਹਨਾਂ ਬਾਹਰ ਨਹੀਂ ਵਿਕਦਾ ਜਿੰਨਾ ਜੇਲ੍ਹਾਂ ਦੇ ਵਿੱਚ ਨਸ਼ਾ ਵਿਕਦਾ। ਨਸ਼ਾ ਲੋਕੀ ਬਰਬਾਦ ਹੋਏ ਪਏ ਆ ਨਸ਼ਾ ਕਰ ਕਰਕੇ ਜੇਲ੍ਹਾਂ ਦੇ ਵਿੱਚ। ਮੈਂ ਜੇਲ੍ਹ ਅੰਮ੍ਰਿਤਸਰ ਵੀ ਜੇਲ੍ਹ ਦੇ ਵਿੱਚ ਰਿਹਾ, ਗੁਰਦਾਸਪੁਰ ਜੇਲ੍ਹ ਦੇ ਵਿੱਚ ਰਿਹਾ, ਤੇ ਫਿਰ ਮੈਂ ਨਾਭਾ ਸਗੋਲਟੀ ਜੇਲ੍ਹ ਚਲ ਗਿਆ। ਉਸ ਤੋਂ ਬਾਅਦ ਕਪੂਰਥਲਾ ਜੇਲ੍ਹ ਦੇ ਵਿੱਚ ਆਇਆ। ਫਿਰ ਮੇਰੀ ਬਠਿੰਡੇ ਤੋਂ ਅੱਜ 2019 ਦੇ ਵਿੱਚ ਰਿਹਾਈ ਹੋਈ ਆ। ਇਹ ਸਾਰੀਆਂ ਜੇਲ੍ਹਾਂ ਦੇ ਵਿੱਚ ਮੈਂ ਪੰਜਾਂ ਦੇ ਵਿੱਚ ਘੁੰਮਿਆ ਤੇ ਨਸ਼ੇ ਦਾ ਕੋਈ ਪਰਹੇਜ਼ ਨਹੀਂ ਬਾਜੀ ਹੋਇਆ ਵੀ। ਨਸ਼ਾ ਬਹੁਤ ਜ਼ਿਆਦਾ ਚੱਲਦਾ, ਉੱਥੇ ਬੰਦੇ ਲਾ ਕੇ ਖਤਮ ਹੁੰਦੇ ਜਾਂਦੇ ਆ। ਤੇ ਬਥੇਰਾ ਮੈਂ ਲੋਕਾਂ ਨੂੰ ਸਮਝਾਇਆ, ਤੇ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਸਮਝਣਾ ਆ ਵੀ ਸਮਝਣਾ। ਹੁਣ ਤੁਹਾਡੇ ਸਾਹਮਣੇ ਮੈਂ ਵੀ 11-12 ਸਾਲ ਕੱਟ ਕੇ ਆਇਆ ਭਾਜੀ, ਤੇ ਨਸ਼ੇ ਤੋਂ ਰਹਿਤ ਰਹਿ ਕੇ। ਗੁਰਸਿੱਖੀ ਵੀ 2008 'ਚ ਮੈਂ ਅੰਦਰ ਰੱਖੀ ਆ ਜੀ, ਅੰਦਰ ਰੱਖੀ ਆ। ਹਾਂਜੀ, ਇਹ ਜਿਹੜਾ ਨਸ਼ਾ ਉੱਥੇ ਪਹੁੰਚਦਾ ਆ ਜਾਂ ਜਾਂਦਾ ਆ, ਇਹ ਪੁਲਿਸ ਦੀ ਸ਼ੈ ਜਿਹੜੀ ਇਸ ਦੇ ਵਿੱਚ ਹੈਗੀ ਹੈ ਫਿਰ ਜੇ ਉੱਥੋਂ ਤੱਕ ਪਹੁੰਚਦਾ ਹੈ? ਇਹ ਜੀ ਸਾਰਾ ਕੁਝ ਕਰਾਉਂਦੇ ਹੀ ਹੋਇਆ। ਅੱਜ ਕੱਲ ਬਠਿੰਡਾ ਜੇਲ੍ਹ ਦੇ ਵਿੱਚ ਜੇ ਬੀੜੀਆਂ ਦੇ ਠੇਕੇ ਆ ਤੇ 4-4 5-5 ਲੱਖ ਰੁਪਈਆ ਲੈਣ ਡਏ ਆ ਮਹੀਨੇ ਦਾ, 9-9 ਲੱਖ ਰੁਪਈਆ ਲੈਣ ਡਏ ਮਹੀਨੇ ਦਾ। ਇਹ ਬੀੜੀਆਂ ਆਪ ਵਿਕਾਉਣ ਡਏ ਜੀ ਅੰਦਰ। ਜੇ ਇੱਕ ਬੰਡਲ ਇੱਕ 10 ਰੁਪਈਆਂ ਦਾ ਹੁੰਦਾ ਇੱਕ ਛੋਟਾ ਜਿਹਾ, ਤੇ ਉਹ 5-5 ਹਜ਼ਾਰ ਦਾ ਅੰਦਰ ਬੰਡਲ ਵਿਕਦਾ। ਇਹਨਾਂ ਦੇ ਰਾਹੀਂ ਵਿਕਦਾ ਸਾਰਾ ਕੁਝ ਹੀ ਨਸ਼ਾ, ਇਹਨਾਂ ਦੇ ਇਹ ਜੇਲ੍ਹਾਂ ਦੇ ਰਾਹੀਂ ਵਿਕਦਾ। ਤੇ ਉੱਥੇ ਤੇ ਪਰਿੰਦਾ ਫਰ ਨਹੀਂ ਮਾਰ ਸਕਦਾ ਵੀ ਇੰਨੀ ਬਾਹਰ ਗਾਰਡ, ਬਾਹਰ ਸਿਕਿਉਰਿਟੀ, ਉੱਥੋਂ ਤੱਕ ਤਲਾਸ਼ੀ 20 ਆਪਣਾ ਨਾਕੇ ਆਉਂਦੇ, 20 ਤੇ ਤਲਾਸ਼ੀ ਕਰਦੇ ਜਾਣਾ ਉਹਨਾਂ ਨੇ, ਤੇ ਫਿਰ ਬੰਦਾ ਕਿਵੇਂ ਖੜ ਸਕਦਾ? ਇਹ ਮਿਲੀ ਭੁਗਤ ਆ ਵੀ ਇਹ ਪਹੁੰਚਾਉਂਦੇ ਆ ਨਸ਼ਾ, ਸਾਰੇ ਜੇਲਰ ਆਪ ਪਹੁੰਚਾਉਂਦੇ ਆ, ਤੇ ਕਰਿੰਦੇ ਜਿਹੜੇ ਇਹਨਾਂ ਨੇ ਰੱਖੇ ਹੋਏ ਆ ਉਹ ਵੇਚਦੇ ਆ। ਜਿਹੜੇ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਆ ਉਹੀ ਨਸ਼ਾ ਲੈਂਦੇ ਆ ਜਾਂ ਫਿਰ ਕਿਸੇ ਨੂੰ ਜ਼ਬਰਦਸਤੀ ਵੀ ਨਸ਼ੇ ਤੇ ਲਾਉਣ ਦੀ ਕੋਸ਼ਿਸ਼ ਵੀ ਉੱਥੇ ਕੀਤੀ ਜਾਂਦੀ ਕਈਆਂ ਵੱਲੋਂ ਕਿ ਨਹੀਂ ਜੀ, ਜ਼ਬਰਦਸਤੀ ਨਹੀਂ, ਜਿਹੜੇ ਲੈਂਦੇ ਆ ਉਹਨਾਂ ਨੂੰ ਨਸ਼ਾ ਦਿੰਦੇ ਆ। ਇਹ ਜ਼ਬਰਦਸਤੀ ਜਿਸ ਤਰ੍ਹਾਂ ਲਾ ਲਓ ਵੀ ਇੱਕ ਇਹਨਾਂ ਨੇ ਨਾ ਸਿਕਿਉਰਿਟੀ ਹੱਤਾ ਬਣਾਇਆ, ਉੱਥੇ ਨਾ ਕੋਈ ਮੁੰਡੇ ਆ ਜਿਸ ਤਰ੍ਹਾਂ ਅੱਜ ਕੱਲ੍ਹ ਗੈਂਗਸਟਰ ਮੁੰਡੇ ਲਾ ਲਓ, ਹੈ ਨਾ, ਉਹਨਾਂ ਨੂੰ ਆਪ ਨਸ਼ਾ ਕਰਾਉਂਦੇ ਵੀ ਇਹ ਅੰਦਰ ਹੀ ਖਤਮ ਹੋਣ ਤੇ ਅੰਦਰ ਹੀ ਮਰਨ, ਵੀ ਸਾਡੇ ਗੱਲ ਨਾ ਪੈਣ। ਉਹਨਾਂ ਨੂੰ ਜ਼ਬਰਦਸਤੀ ਦਿੱਤਾ ਜਾਂਦਾ, ਬਾਕੀ ਤਾਂ ਆਪ ਲੋਕ ਕਰਦੇ ਆ, ਇਹ ਪਹੁੰਚਾਉਂਦੇ ਤੇ ਆਪ ਲੋਕ ਕਰਦੇ ਆ। ਤੇ ਇਹ ਥੋੜਾ ਜਿਹਾ ਮੇਰੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਇਹ ਨਸ਼ੇ ਤੋਂ ਸਾਰੀ ਸੰਗਤ ਜਿਹੜੀ ਆ ਵੀ ਅੰਦਰ ਜੇਲ੍ਹਾਂ ਦੇ ਵਿੱਚ ਹੋਰ ਵੀ ਲੋਕ ਵੀਰ ਮੇਰੇ ਭਰਾ ਬੈਠੇ ਆ, ਮੈਂ ਹੱਥ ਜੋੜ ਕੇ ਇਹੋ ਬੇਨਤੀ ਕਰਦਾ ਵੀ ਨਸ਼ੇ ਤੋਂ ਰਹਿਤ ਹੋ, ਘਰੇ ਆਪਣੇ ਪਰਿਵਾਰ ਕੋਲ ਆਓ। ਇੱਕ ਆਪਣੀ ਸਿਹਤ ਦੀ ਬਰਬਾਦੀ ਤੇ ਇੱਕ ਪੈਸੇ ਦੀ ਬਰਬਾਦੀ ਤੇ ਇੱਕ ਘਰਦਿਆਂ ਨੂੰ ਦੁਖੀ ਕਰਨਾ, ਇਹ ਬਰਬਾਦੀ। ਹਾਂਜੀ, ਸੋ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬਠਿੰਡਾ ਜੇਲ੍ਹ ਤੋਂ ਰਿਹਾਈ ਵੇਲੇ ਲੱਖਾ ਸਿਧਾਣਾ ਪਹੁੰਚੇ ਸੀਗੇ, ਨਵਤੇਜ ਸਿੰਘ ਗੱਗੂ ਪਹੁੰਚੇ ਸੀਗੇ, ਬਾਬਾ ਹਰਦੀਪ ਸਿੰਘ ਮਹਾਰਾਜ ਜਿਹੜੇ ਆ ਉਹ ਵੀ ਪਹੁੰਚੇ ਸੀਗੇ ਉੱਥੇ। ਸੋ ਉਹਨਾਂ ਨੇ ਇਹਨਾਂ ਨੂੰ ਉੱਥੇ ਸਰੋਪਾ ਦੇ ਕੇ ਇਹਨਾਂ ਦਾ ਸਵਾਗਤ ਕੀਤਾ, ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਰਿਹਾਈ ਦੀਆਂ। ਤੇ ਅਸੀਂ ਵੀ ਸਿੱਖ ਚੈਨਲ ਦੇ ਵੱਲੋਂ ਤੇ ਸਮੁੱਚੀ ਦੁਨੀਆ ਦੇ ਵਿੱਚ ਵਾਸਤੇ ਸਿੱਖ ਭਾਈਚਾਰੇ ਦੇ ਵੱਲੋਂ ਵੀ ਭਾਈ ਹਰਚੰਦ ਸਿੰਘ ਹੋਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ ਨਾਲ ਇਹਨਾਂ ਦੀ ਰਿਹਾਈ ਦੀਆਂ ਮੁਬਾਰਕਾਂ ਦਿੰਦੇ ਹੋਏ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।